उस वेले सतगुरु जी ने श्री गुरु ग्रंथ साहब जी नूं ब्यासा नूं सौंप दिता कि हे ब्यासा तेरे पासों धीरमल आके लै जाएगा। इउं कह के सुनेहा भेजता कि राही जांदे नूं भी धीरमल नूं कह दिओ श्री गुरु ग्रंथ साहब असीं नहीं रखे, वो दरिया च सौंपते, तूं आके लै जा आप। 13वें दिन जाके जदों साध संगत जी भाल कीती, गुरु महाराज साहब सच्चे पातशाह अरदास की, 9वें पातशाह ने भी सतगुरु जान के राधिया धीरमल ने सीधा हो के उस वेले श्री गुरु ग्रंथ साहब जी ਜਿਹੜੇ ਟੋਬਿਆਂ ਚੁੱਭੀਆਂ ਮਾਰੀਆਂ ਸੀ ਉਹਨਾਂ ਨੂੰ ਸਾਧ ਸੰਗਤ ਜੀ ਚੁੱਭੀ ਮਾਰਨ ਵਾਲਿਆਂ ਦੇ ਹੱਥ ਮੰਜੀ ਸਾਹਿਬ ਲੱਗਾ, ਅੱਖਰਾਂ ਨੂੰ ਜਲ ਨਹੀਂ ਛੋਇਆ ਸੀ। ਵੇਖ ਕੇ ਧੰਨਵਾਦ ਕੀਤਾ। ਕਈ ਦਿਨ ਗੁਰੂ ਸਾਹਿਬ ਦਾ ਕੜਾਹ ਪ੍ਰਸ਼ਾਦ ਕਰਾਉਂਦਾ ਰਿਹਾ। ਇਸ ਤਰ੍ਹਾਂ ਧੰਨਵਾਦ ਕਰਕੇ ਮਹਾਰਾਜ ਸਾਹਿਬ ਨੂੰ ਲਿਆਇਆ। ਉਹ ਗੁਰੂ ਸਾਹਿਬ ਜੀ ਦੇ ਜੋ ਕਰਤਾਰਪੁਰ ਸਰੂਪ ਹੈ ਉਹਦੇ 'ਚ ਹਾਸੀਆ ਨਵਾਂ ਚੜ੍ਹਿਆ ਹੋਇਆ ਸੀ। ਇਸ ਪ੍ਰਕਾਰ ਉਹ ਧੀਰਮਲ ਨੂੰ ਦੁਬਾਰਾ ਫਿਰ ਹਾਸੀਆ ਚੜ੍ਹਵਾਇਆ ਸੀ। ਇਉਂ ਮਹਾਰਾਜ ਸਾਹਿਬ ਇੱਥੇ ਹੀ ਉਦੋਂ ਦੇ ਕਰਤਾਰਪੁਰ ਸਾਹਿਬ ਹੀ ਰਹੇ। ਫਿਰ ਆਪਣਾ ਨਗਰ ਵਸਾਉਣ ਵਾਸਤੇ ਅਨੰਦਪੁਰ ਸਾਹਿਬ 5 ਕੋਹ ਜੋ ਕੀਰਤਪੁਰ ਸਾਹਿਬ ਤੋਂ ਹੈ ਉੱਥੇ ਆ ਕੇ 1,57,000 ਰੁਪਏ ਨੂੰ 5 ਕੋਹ ਦੀ ਧਰਤੀ ਅਨੰਦਪੁਰ ਸਾਹਿਬ ਦੀ ਆਪ ਨੇ ਜਰ ਖਰੀਦੀ। ਖਰੀਦ ਕਰਕੇ ਉੱਥੇ ਗੁਰੂ ਸਾਹਿਬ ਜੀ ਨਗਰ ਵਸਾਇਆ ਅਨੰਦਪੁਰ ਸਾਹਿਬ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਮਾਤਾ ਗੁਜਰੀ ਸਾਹਿਬ ਦੇ ਉੱਥੇ ਤ੍ਰਿਵੇਣੀ ਤੇ ਰਹਿੰਦਿਆਂ ਹੋਇਆਂ 6 ਮਹੀਨੇ ਰਹਿੰਦਿਆਂ ਹੋਇਆਂ ਮਾਤਾ ਦੇ ਉਦਰ ਵਿੱਚ ਕਲਗੀਧਰ ਜੀ ਆਏ ਹਨ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਤ੍ਰਿਵੇਣੀ ਤੇ 6 ਮਹੀਨੇ ਰਹੇ। ਵੇਖਿਆ, ਮਾਤਾ ਨੂੰ ਪੁੱਛਿਆ, ਮਾਤਾ ਮੇਰੇ ਰੋਮ ਨਹੀਂ ਉੱਗੇ ਹੋਏ ਸਿਰ ਵਿੱਚ, ਇਹ ਕੀ ਕਾਰਨ ਹੈ? ਇੰਨਾ ਥਾਂ ਬਿਨਾਂ ਰੋਮਾਂ ਤੋਂ ਹੈ। ਉਹਨੇ ਕਿਹਾ, ਪੁੱਤਰ ਇਹ ਗੁਰੂ ਸਾਹਿਬ ਦੀ ਮੋਹਰ ਹੈ। ਤੇਰੇ ਪਿਤਾ ਦੇ ਮਹਾਰਾਜ ਸਾਹਿਬ ਨੇ ਪੱਟ ਤੇ ਲਾਈ ਸੀ, ਕਿਹਾ ਸੀ ਇਹ ਸਾਡੀ ਮੋਹਰ ਦੀ ਨਿਸ਼ਾਨੀ ਤੇਰੇ ਪੁੱਤਰ ਦੇ ਸਿਰ 'ਚ ਹੋਵੇਗੀ। ਇਹ ਗੁਰੂ ਸਾਹਿਬ ਦੇ ਵਰ ਨਾਲ ਤੂੰ ਪੈਦਾ ਹੋਇਆ। ਇਹ ਸੁਣ ਕੇ ਉਹਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਚਾਹੀਦੇ। ਫਿਰ 10ਵੇਂ ਪਾਤਸ਼ਾਹ ਦੀ ਉਹ ਸ਼ਰਨ ਵਿੱਚ ਰਤਨ ਦਾ ਆਵੇਗਾ। ਇਸ ਅਸਾਮ ਦਾ ਜੋ ਪ੍ਰਸਾਦੀ ਹਾਥੀ ਆਦਿਕ 5 ਕਲਾ ਸ਼ਸਤਰ ਆ ਕੇ ਭੇਟਾ ਲੈ ਕੇ ਆਵੇਗਾ। ਵਾਹਿਗੁਰੂ ਸਾਹਿਬ ਜੀਓ। ਮਲਾਰ ਮਹੱਲਾ ਪੰਜਵਾ। ਪ੍ਰਭ ਮੇਰੇ ਪ੍ਰੀਤਮ ਪ੍ਰਾਨ ਪਿਆਰੇ, ਪ੍ਰਭ ਮੇਰੇ ਪ੍ਰੀਤਮ ਪ੍ਰਾਨ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ। ਸਾਹਿਬ ਸਤਿਗੁਰੂ ਤੇਗ ਬਹਾਦਰ ਸਾਹਿਬ ਦਾ ਅੱਜ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ, ਜਿਸ ਬਾਬਤ ਗੁਰੂ ਕਲਗੀਧਰ ਜੀ ਨੇ ਫਰਮਾਇਆ ਹੈ, ਠੀਕਰ ਫੋਰ ਦਲੀਸਰ ਪ੍ਰੋਪਰ ਕੀਓ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਨ। तेग बहादुर के चल पयो जगत में शोक, है सब जग पयो जय 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 सुरलोक। वो चोजी पातशाह जिन्होंने हिंदी रख्या वास्ते तिलक जन्यू राखा प्रभ ताका, किन्नो बड़ो कलू में साका। जिस सतगुरु साहब जी का ज्योति जो समाउण के गुरपुरब बाबत सारे कलकत्ता निवासी संगतां वालों सब संगतां मिल करके गुरु साहब के गुरपुरब के मनाउण वास्ते श्री अखंड पाठ का जो भोग पैना है शाम के वक्त पैना है। शाम नूं दीवान महाराज साहब सच्चे पातशाह की याद विच नगर निवास शहर निवासियों सजाउणा है। वो चौजी पातशाह दीन दुनी दे वाली गुरु तेग बहादुर साहब का कुछ जीवन कल संगतां दी भेटा कीता सी। बाबे बकाले गुरु महाराज साहब जो प्रगट होए गुरु हरकृष्ण साहब के बचन करके सारिया संगतां जाने गए कि गुरु तेग बहादुर साहब गुरु हैं। धीरमल आदि जिन्ने सन 22 मंजियां वाले सारे अपने बोरिया बिस्तरा बन के आपो अपने थाई चले गए, क्योंकि बाबे बकाले का बसंदा कोई नहीं सी। वो बाहरों आके गुरु प्रगट होना चाहते सी। 6वें साहब 8वें पातशाह के बचन अनुसार उन जदों गुरु तेग बहादुर साहब सूरज वांगू चढ़ गए, सारे तारियां वांगू छप गए
ਕਿਸੇ ਦਾ ਪ੍ਰਕਾਸ਼ ਨਾ ਰਿਹਾ, ਸੰਗਤਾਂ ਵਿੱਚ ਪ੍ਰਗਟ ਹੋ ਗਏ। ਉਸ ਵੇਲੇ ਮੱਖਣ ਸ਼ਾਹ ਨੇ ਮਹਾਰਾਜ ਤੋਂ ਆਗਿਆ ਪਾ ਕੇ ਗੁਜਰਾਤ ਦੇ ਜ਼ਿਲ੍ਹੇ ਵਿੱਚ ਟਾਂਡੇ ਜਾਣ ਵਾਸਤੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਉੱਥੇ ਜਾਣਾ, ਮੈਨੂੰ ਆਗਿਆ ਦਿਓ। ਹੁਣ ਸਤਿਗੁਰੂ ਮਹਾਰਾਜ ਨੇ ਕਿਹਾ ਅਸੀਂ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਚੱਲਦੇ ਹਾਂ। ਇਉਂ ਸਤਿਗੁਰਾਂ ਨੇ ਵੀ ਤਿਆਰਾ ਕੀਤਾ। ਮੱਖਣ ਸ਼ਾਹ ਵੀ ਆਪਣੇ ਸੰਗੀਆਂ 500 ਦੇ ਸਮੇਤ ਤਿਆਰ ਹੋ ਕੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਨਾਲ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜਾ। ਇੱਥੇ ਆਪ ਜਦੋਂ ਗਏ ਉਸ ਵਕਤ ਸਾਧ ਸੰਗਤ ਜੀ ਪੁਜਾਰੀ ਜਿਹੜੇ ਸਨ ਉੱਥੋਂ ਦੇ, ਉਹਨਾਂ ਨੇ ਸੋਚਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਆ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਪੂਜਾ ਜਿਹੜੀ ਹੈ ਉਸ ਨੂੰ ਵੇਖ ਕਰਕੇ ਕਿਤੇ ਸੱਚੇ ਪਾਤਸ਼ਾਹ ਸਾਡੇ ਪਾਸੋਂ ਇਹ ਜਿਹੜਾ ਪ੍ਰਬੰਧ ਹੈ ਖੋਹ ਨਾ ਲੈਣ। ਇਸ ਖਿਆਲ ਨੂੰ ਜਾਣ ਕਰਕੇ ਸਤਿਗੁਰੂ ਦਾ ਆਗਮਨ ਜਦੋਂ ਅੰਮ੍ਰਿਤਸਰ ਸਾਹਿਬ ਹੋਇਆ ਵਿਸਾਖੀ ਨੂੰ, ਮਹਾਰਾਜ ਸਾਹਿਬ 1721 ਦੀ ਵਿਸਾਖੀ ਨੂੰ ਮਹਾਰਾਜ ਸਾਹਿਬ ਜੀ ਗੁਰਪੁਰਬ ਕਰਨ ਵਾਸਤੇ ਅੰਮ੍ਰਿਤਸਰ ਸਾਹਿਬ ਸੱਚੇ ਪਾਤਸ਼ਾਹ ਗਏ ਹਨ। ਮੱਖਣ ਸ਼ਾਹ ਵੀ ਨਾਲ ਹੀ ਗਿਆ ਸਤਿਗੁਰਾਂ ਦੇ। ਇੱਥੇ ਜਾ ਕੇ ਮਹਾਰਾਜ ਸਾਹਿਬ ਜੀ ਜਦੋਂ ਥੜਾ ਸਾਹਿਬ ਜੋ ਸਤਿਗੁਰ ਦੀ ਯਾਦਗਾਰ ਹੈ ਬੇਰ ਸਾਹਿਬ ਦੇ ਹੇਠਾਂ, ਇੱਥੇ ਜਾ ਕੇ ਉਤਰੇ। ਪੁਜਾਰੀ ਦਰਵਾਜ਼ੇ ਬੰਦ ਕਰਕੇ ਕੀਰਤਨ ਬੰਦ ਕਰਕੇ ਚਲੇ ਗਏ। ਜਿਸ ਵੇਲੇ ਬੰਦ ਕਰਕੇ ਚਲੇ ਗਏ ਆਪੋ ਆਪਣੀ ਥਾਈਂ ਜਾ ਕੇ ਲੁਕ ਗਏ। ਉਸ ਵਕਤ ਸੱਚੇ ਪਾਤਸ਼ਾਹ ਨੇ ਪੁੱਛਿਆ ਕਿ ਭਾਈ ਕੀਰਤਨ ਨਹੀਂ ਹੁੰਦਾ, ਦਰਬਾਰ ਦੇ ਦਰਵਾਜ਼ੇ ਬੰਦ ਹੈ, ਕੀ ਕਾਰਨ ਹੈ? ਵਿੱਚੋਂ ਕਿਸੇ ਭੇਤੀਆਂ ਨੇ ਦੱਸਿਆ ਕਿ ਮਹਾਰਾਜ ਮਸੰਦ ਡਰਦੇ ਹੋਏ ਆਪ ਤੋਂ ਕਿ ਮੱਖਣ ਸ਼ਾਹ ਨੇ ਧੀਰਮਲ ਨੂੰ ਵੀ ਹੌਲਾ ਕੀਤਾ ਹੈ ਤੇ ਇਸ ਪ੍ਰਕਾਰ ਵੀ ਸਾਡੇ ਨਾਲ ਵੀ ਨਾ ਹੋਵੇ, ਇਉਂ ਭੈ ਕਰਕੇ ਮਹਾਰਾਜ ਦਰਵਾਜ਼ੇ ਬੰਦ ਕਰਕੇ ਚਲੇ ਗਏ ਹੈ। ਗੁਰੂ ਮਹਾਰਾਜ ਸਾਹਿਬ ਨੇ ਉੱਥੇ ਦਰਸ਼ਨ ਡਿਊਟੀ ਅੱਗੇ ਨਮਸਕਾਰ ਕੀਤੀ, ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਮਹਾਰਾਜ ਸਾਹਿਬ ਜੀ ਵਾਪਸ ਹੋ ਗਏ ਤੇ ਬਚਨ ਕੀਤਾ, ਨੈ ਮਸੰਦੇ ਅੰਮ੍ਰਿਤ ਸਰੀਏ ਤ੍ਰਿਸ਼ਨਾ ਅਗਨੀ ਅੰਦਰ ਸੜੀਏ। ਇਹ ਮਸੰਦ ਅੰਮ੍ਰਿਤਸਰ ਦੇ ਨਹੀਂ ਹਨ, ਇਹ ਤ੍ਰਿਸ਼ਨਾ ਦੀ ਅੱਗ ਦੇ ਸਾੜੇ ਹੋਏ ਹੈ। ਇਸ ਪ੍ਰਕਾਰ ਦੇ ਬਚਨ ਕਹਿ ਕੇ ਮਹਾਰਾਜ ਸਾਹਿਬ ਬੱਲੇ ਸਾਹਿਬ ਚਲੇ ਗਏ। ਉੱਥੋਂ ਜਾ ਕੇ ਫਿਰ ਸੰਗਤਾਂ ਨੇ ਗੁਰੂ ਮਹਾਰਾਜ ਸਾਹਿਬ ਦੇ ਪਾਸ ਬੇਨਤੀ ਕੀਤੀ, ਬਖਸ਼ਾਇਆ ਅਤੇ ਇਹਨਾਂ ਮਸੰਦਾਂ ਨੂੰ ਮੱਖਣ ਸ਼ਾਹ ਨੂੰ ਤਾੜਿਆ ਕਿ ਤੁਸੀਂ ਗੁਰੂ ਮਹਾਰਾਜ ਸਾਹਿਬ ਆਏ ਸੀ ਜਗਤ ਗੁਰੂ, ਉਹਨਾਂ ਦੇ ਦਰਸ਼ਨ ਨਹੀਂ ਕੀਤੇ। ਪ੍ਰੇਰੇ ਹੋਏ ਮੱਖਣ ਸ਼ਾਹ ਦੇ ਫਿਰ ਬੱਲੇ ਸਾਹਿਬ ਇਹ ਪੁੱਜੇ। ਜਾ ਕੇ ਕਹਿਣ ਲੱਗੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਇੱਥੇ ਜੰਗ ਕਰਦੇ ਰਹੇ ਹੈ, ਉਦੋਂ ਦੇ ਤੁਰਕ ਜਿਹੜੇ ਹੈ ਉਹ ਜਿਹੜੇ ਸਤਿਗੁਰੂ ਉਹਨਾਂ ਨੂੰ ਭਾਲਦੇ ਰਹਿੰਦੇ ਹੈ। ਇਸ ਕਰਕੇ ਅਸੀਂ ਕਿਹਾ ਵੀ ਇੱਥੇ ਸਤਿਗੁਰਾਂ ਦੇ ਆਉਣੇ ਕਰਕੇ ਫੇਰ ਤੁਰਕ ਚੜ੍ਹ ਕੇ ਨਾ ਆ ਜਾਣ, ਅਸੀਂ ਤਾਂ ਮਹਾਰਾਜ ਦਰਵਾਜ਼ਾ ਬੰਦ ਕਰਕੇ ਚਲੇ ਗਏ। ਸੁਣ ਕੇ ਮਹਾਰਾਜ ਸਾਹਿਬ ਜੀ ਨੇ ਉਹਨਾਂ ਦੀ ਇਸ ਪ੍ਰਕਾਰ ਦੀ ਕੱਚੀ ਵਿਚਾਰ ਨੂੰ ਕੋਈ ਬਚਨ ਨਹੀਂ ਕੀਤਾ, ਚੁੱਪ ਕਰ ਰਹੇ। ਇਸ ਪ੍ਰਕਾਰ ਬਚਨ ਵਿਲਾਸ ਕਹਿ ਕੇ ਮਹਾਰਾਜ ਸਾਹਿਬ ਦੇ ਪਾਸ ਇਹ ਮਾਫੀ ਲੈ ਕੇ ਮਸੰਦ ਵਾਪਸ ਆ ਗਏ। ਸਤਿਗੁਰੂ ਜੀ ਨੇ ਕੋਈ ਬਚਨ ਨਹੀਂ ਕੀਤੇ। ਇਸ ਪ੍ਰਕਾਰ ਅੰਮ੍ਰਿਤਸਰ ਸਾਹਿਬ ਦੀ ਯਾਤਰਾ ਕਰਕੇ ਮੱਖਣ ਸ਼ਾਹ ਵੀ ਨਾਲ ਹੈ, ਬਾਬੇ ਬਕਾਲੇ ਫਿਰ ਸਤਿਗੁਰੂ ਜੀ ਆ ਗਏ। ਇੱਥੇ ਮਹਾਰਾਜ ਸਾਹਿਬ ਜੀ ਨੇ ਇਹ ਇਲਾਕੇ ਦੇ ਵਿੱਚ ਬਹੁਤ ਸਾਰੀ ਈਰਖਾ ਸਤਿਗੁਰਾਂ ਦੇ ਨਾਲ ਕਰਨ ਲੱਗ ਗਏ। ਉਸ ਵਕਤ ਸਤਿਗੁਰੂ ਮਹਾਰਾਜ ਸਾਹਿਬ ਨੇ ਚਿੱਤ ਨੂੰ ਉਪਰਾਮ ਕਰਕੇ ਨਗਰ ਹੋਰ ਆਪਣਾ ਵਸਾਉਣ ਵਾਸਤੇ ਤਿਆਰਾ ਕੀਤਾ। ਮੱਖਣ ਸ਼ਾਹ ਵੀ ਨਾਲ ਹੀ ਸਤਿਗੁਰਾਂ ਦੇ ਹੈ। ਮਹਾਰਾਜ ਸਾਹਿਬ ਇਸੇ ਪ੍ਰਕਾਰ ਬਿਆਸਾ ਲੰਘ ਕੇ ਜੋ ਖੜੇ ਸਨ ਤੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਆਉਂਦੀ ਵੇਖ ਕੇ ਕਿਹਾ ਭਾਈ ਇਹ ਮਹਾਰਾਜ ਕਿਹੜੇ ਹਨ? ਸਿੱਖਾਂ ਨੇ ਕਿਹਾ ਮਹਾਰਾਜ ਜੋ ਧੀਰਮਲ ਨੇ ਗੁਰੂ ਸਾਹਿਬ ਦਾ ਸਰੂਪ ਰੱਖ ਲਿਆ ਸੀ ਆਪਦੇ ਕਬਜ਼ੇ ਕਰਕੇ, ਉਹੋ ਹੀ ਇਹ ਸਰੂਪ ਹੈ ਜੀ। ਮਹਾਰਾਜ ਕਿਹਾ ਨਾ ਭਾਈ ਇਹ ਧੀਰਮਲ ਦੇ ਕੋਲੇ ਸੀ ਕਾਫੀ ਚਿਰ ਦਾ, ਉਹਨੂੰ ਹੀ ਸੌਂਪਣਾ ਹੈ। ਸਿੱਖਾਂ ਨੇ ਕਿਸੇ ਨੂੰ ਧੀਰਮਲ ਬੇਮੁਖ ਜਾਣ ਕੇ, ਗੋਲੀ ਚਲਾਉਣ ਵਾਲਾ ਜਾਣ ਕੇ ਜਾਣਾ ਪਸੰਦ ਨਾ ਕੀਤਾ। ਉਸ ਵੇਲੇ ਸਤਿਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿਆਸਾ ਨੂੰ ਸੌਂਪ ਦਿੱਤਾ ਕਿ ਇਹ ਬਿਆਸਾ ਤੇਰੇ ਪਾਸੋਂ ਧੀਰਮਲ ਆ ਕੇ ਲੈ ਜਾਏਗਾ। ਇਉਂ ਕਹਿ ਕੇ ਸੁਨੇਹਾ ਭੇਜਤਾ ਕਿ ਰਾਹੀ ਜਾਂਦੇ ਨੂੰ ਵੀ ਧੀਰਮਲ ਨੂੰ ਕਹਿ ਦਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਅਸੀਂ ਨਹੀਂ ਰੱਖੇ, ਉਹ ਦਰਿਆ 'ਚ ਸੌਂਪਤੇ, ਤੂੰ ਆ ਕੇ ਲੈ ਜਾ ਆਪ। ਇਹ ਸੁਣ ਕਰਕੇ ਸਾਧ ਸੰਗਤ ਜੀ ਧੀਰਮਲ ਨੂੰ ਬੜਾ ਤੌਖਲਾ ਹੋਇਆ ਕਿ ਇਹ ਚੀਜ਼ ਇਹੀ ਜੀ ਅਮੋਲਕ ਸੀ, ਇਹ ਸਤਿਗੁਰਾਂ ਦੇ ਹੱਥ ਦੀ ਲਿਖਤ ਸੀ।
ਉਹ ਮੇਰੇ ਕੋਲੇ ਵੀ ਨਾ ਰਹੀ, ਇਹਨਾਂ ਨੂੰ ਨਾ ਰੱਖੀ। ਪਰ ਫਿਰ ਵੀ ਮਸੰਦ ਸਿੰਘੇ ਦੇ ਕਹਿਣ ਤੋਂ ਰੁਕਦਾ ਰਿਹਾ। 13ਵੇਂ ਦਿਨ ਜਾ ਕੇ ਜਦੋਂ ਸਾਧ ਸੰਗਤ ਜੀ ਭਾਲ ਕੀਤੀ, ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਅਰਦਾਸ ਕੀਤੀ। 9ਵੇਂ ਪਾਤਸ਼ਾਹ ਨੂੰ ਵੀ ਸਤਿਗੁਰੂ ਜਾਣ ਕੇ ਰਾਧਿਆ ਧੀਰਮਲ ਨੇ ਸਿੱਧਾ ਹੋ ਕੇ। ਉਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਟੋਬਿਆਂ ਨੂੰ ਚੁੱਭੀਆਂ ਮਾਰੀਆਂ ਸੀ, ਉਹਨਾਂ ਨੂੰ ਸਾਧ ਸੰਗਤ ਜੀ ਚੁੱਭੀ ਮਾਰਨ ਵਾਲਿਆਂ ਦੇ ਹੱਥ ਮੰਜੀ ਸਾਹਿਬ ਲੱਗਾ। ਰੇਤਾ ਪਾਸੇ ਉਤਾਰ ਕੇ ਰੂਈ ਦੇ ਰੁਮਾਲ ਸਨ, ਉਹਨਾਂ ਦੇ ਵਿੱਚੋਂ ਸਾਧ ਸੰਗਤ ਜੀ ਮਹਾਰਾਜ ਸਾਹਿਬ ਦੀ ਦੇਹ ਭੰਗੂੜੇ ਸਾਹਿਬ ਸਮੇਤ ਉਤਾਹਾਂ ਲੈ ਆਏ। ਜਦੋਂ ਬਾਹਰ ਬਰੇਤੀ 'ਚ ਲਿਆ ਕੇ ਮਹਾਰਾਜ ਦੇ ਸਿੱਖਿਆ ਸਰੂਪ ਜਿਹੜਾ ਹਾਸੀਆ ਸੀ, ਉਹ ਸਾਰੇ ਪੱਤਰਿਆਂ ਨਾਲ ਪੱਤਰੇ ਭਿੱਜ ਗਏ ਸੀ ਜਲ ਨਾਲ, ਅੱਖਰਾਂ ਨੂੰ ਜਲ ਨਹੀਂ ਛੋਇਆ ਸੀ। ਵੇਖ ਕੇ ਧੰਨਵਾਦ ਕੀਤਾ। ਕਈ ਦਿਨ ਗੁਰੂ ਸਾਹਿਬ ਦਾ ਕੜਾਹ ਪ੍ਰਸ਼ਾਦ ਕਰਾਉਂਦਾ ਰਿਹਾ। ਇਸ ਤਰ੍ਹਾਂ ਧੰਨਵਾਦ ਕਰਕੇ ਮਹਾਰਾਜ ਸਾਹਿਬ ਨੂੰ ਲਿਆਇਆ। ਉਹ ਗੁਰੂ ਸਾਹਿਬ ਜੀ ਦੇ ਜੋ ਕਰਤਾਰਪੁਰ ਸਰੂਪ ਹੈ, ਉਹਦੇ ਹਾਸੀਆ ਨਵਾਂ ਚੜਿਆ ਹੋਇਆ ਸੀ। ਇਸ ਪ੍ਰਕਾਰ ਉਹ ਧੀਰਮਲ ਨੂੰ ਦੁਬਾਰਾ ਫਿਰ ਹਾਸੀਆ ਚੜਵਾਇਆ ਸੀ। ਇਉਂ ਮਹਾਰਾਜ ਸਾਹਿਬ ਇੱਥੇ ਹੀ ਉਦੋਂ ਦੇ ਕਰਤਾਰਪੁਰ ਸਾਹਿਬ ਹੀ ਰਹੇ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੋਂ ਬਿਆਸਾ ਟੱਪ ਕੇ ਧੀਰਮਲ ਨੂੰ ਸੁਨੇਹਾ ਦੇ ਕੇ ਹੌਲੀ ਹੌਲੀ ਦੁਆਬੇ ਵਿੱਚ ਹੀ ਵਿਚਰਦੇ ਹੋਏ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕੀਰਤਪੁਰ ਸਾਹਿਬ ਗਏ। ਕੀਰਤਪੁਰ ਸਾਹਿਬ ਜਾ ਕੇ ਪਰਿਵਾਰ ਨੂੰ ਮਿਲੇ। ਮਾਤਾ ਕ੍ਰਿਸ਼ਨ ਕੌਰ ਜੀ ਨੂੰ ਗੁਰੂ ਮਹਾਰਾਜ ਸਾਹਿਬ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਜੋਤੀ ਜੋਤ ਸਮਾਉਣ ਬਾਬਤ ਧੀਰਜ ਦਿੱਤੀ ਕਿ ਮਹਾਰਾਜ ਸਾਹਿਬ ਤਾਂ ਸਤਿਗੁਰੂ ਸੁਤੰਤਰ ਹਨ, ਉਹਨਾਂ ਦਾ ਆਉਣਾ ਜਾਣਾ ਜੰਮਣ ਮਰਨ ਤੋਂ ਰਹਿਤ ਹਨ। ਇਹ ਸੁਣ ਕੇ ਪਰਿਵਾਰ 'ਚ ਖੁਸ਼ੀ ਹੋਈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਉੱਥੋਂ ਕੀਰਤਪੁਰ ਸਾਹਿਬ ਕੁਝ ਦਿਨ ਨਿਵਾਸ ਕਰਕੇ ਫਿਰ ਆਪਣਾ ਨਗਰ ਵਸਾਉਣ ਵਾਸਤੇ ਆਨੰਦਪੁਰ ਸਾਹਿਬ 5 ਕੋਹ ਜੋ ਕੀਰਤਪੁਰ ਸਾਹਿਬ ਤੋਂ ਹੈ ਉੱਥੇ ਆ ਕੇ 1,57,000 ਰੁਪਏ ਨੂੰ 5 ਕੋਹ ਦੀ ਧਰਤੀ ਆਨੰਦਪੁਰ ਸਾਹਿਬ ਦੀ ਆਪ ਨੇ ਜਰ ਖਰੀਦੀ। ਖਰੀਦ ਕਰਕੇ ਉੱਥੇ ਗੁਰੂ ਸਾਹਿਬ ਜੀ ਨਗਰ ਵਸਾਇਆ। ਆਨੰਦਪੁਰ ਸਾਹਿਬ ਨਗਰ ਵਸਾਉਂਦੇ ਤਾਂ ਇੱਕ ਪੀਰ ਨੇ ਅਧਿਕਾਰੀਗਰਾਂ ਨੂੰ ਪੁੱਛਿਆ ਕਿ ਕੌਣ ਨਗਰ ਵਸਾ ਰਹੇ ਹੈ। ਉਹਨਾਂ ਨੇ ਕਿਹਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ। ਸੁਣ ਕੇ ਸ਼ੰਕਾ ਕੀਤੀ ਕਿ ਨਾਲੇ ਸਤਿਗੁਰੂ ਤੇ ਨਾਲੇ ਨਗਰ ਵਸਾ ਰਹੇ ਹੈ, ਪ੍ਰਵਿਰਤੀ 'ਚ ਲੱਗੇ ਹੋਏ ਹੈ। ਇਹ ਰਾਜਾਂ ਨੂੰ ਪਰਸ਼ਨ ਕਰਕੇ ਉਹ ਪੀਰ ਚਲਿਆ ਗਿਆ, ਰੋਪੜ ਦਾ ਸੀ, ਆਪਣੇ ਮਰੀਜ਼ਾਂ ਕੋਲੇ। ਜਦੋਂ ਵਾਪਸ ਆਇਆ ਕਿ ਮੇਰੀ ਬਾਬਤ ਪੁੱਛਿਆ ਤੁਸੀਂ? ਉਹਨਾਂ ਨੇ ਕਿਹਾ ਅਸੀਂ ਸਤਿਗੁਰਾਂ ਅੱਗੇ ਬੇਨਤੀ ਕੀਤੀ ਸੀ, ਗੁਰੂ ਸਾਹਿਬ ਨੇ ਕਿਹਾ ਰੂਬਰੂ ਉੱਤਰ ਦਿਆਂਗੇ। ਇਹ ਸੁਣ ਕੇ ਅਸੀਂ ਤੇਰੇ ਉਡੀਕ ਕਰ ਰਹੇ ਹਾਂ, ਤੂੰ ਹੁਣ ਆ ਗਿਆ, ਚੱਲ ਮਹਾਰਾਜ ਦੇ ਚਰਨਾਂ 'ਚ। ਉਸ ਪੀਰ ਨੂੰ ਨਾਲ ਲੈ ਗਏ ਸਤਿਗੁਰਾਂ ਦੇ। ਗੁਰੂ ਮਹਾਰਾਜ ਸਾਹਿਬ ਦੀਵਾਨ 'ਚ ਬੈਠੇ ਹਨ। ਜਾ ਕੇ ਨਮਸਕਾਰ ਕੀਤੀ। ਰਾਜਨ ਕੇ ਮਹਾਰਾਜ ਇਹਨ ਪ੍ਰਸ਼ਨ ਕੀਤਾ ਸੀ। ਮਹਾਰਾਜ ਸਾਹਿਬ ਕਹਿਣ ਲੱਗੇ ਬਈ ਤੈਨੂੰ ਜ਼ਬਾਨੀ ਉੱਤਰ ਦਈਏ ਕਿ ਵੇਖਣਾ ਚਾਹੁੰਦਾ? ਇਹ ਕਹਿਣ ਲੱਗਾ ਮਹਾਰਾਜ ਜੀ ਦਿਖਾ ਦਿਓ, ਇਦੋਂ ਕੀ ਚੰਗਾ ਹੈ। ਉਸ ਵੇਲੇ ਚੋਜੀ ਪਾਤਸ਼ਾਹ ਜੀ ਨੇ ਇਹਨੂੰ ਕਿਹਾ ਨੇਤਰ ਮੀਚ ਦੀਵਾਨ 'ਚ ਬੈਠੇ ਨੂੰ। ਨੇਤਰ ਜਿਸ ਵਕਤ ਮੀਚੇ ਕੀ ਵੇਖਦਾ ਹੈ? ਇੱਕ ਸਵਰਗ ਦੇ ਵਿੱਚ ਸਵੇਨੇ ਦੇ ਮੰਦਰਾਂ ਵਿੱਚ ਬੈਠਾ ਫਰਿਸ਼ਤਿਆਂ ਤੇ ਹੁਕਮ ਕਰ ਰਿਹਾ। ਸਾਰੇ ਸੁੱਖ ਸਾਰੇ ਉਹਨੂੰ ਹਰ ਤਰ੍ਹਾਂ ਕਰਕੇ ਵਡਿਆਈਆਂ ਹਨ। ਇਹ ਵੇਖ ਕੇ ਕਹਿਣ ਲੱਗਾ ਵੀ ਤੂੰ ਮਾਦਲੋ 'ਚ ਕੀ ਪੁੰਨ ਕੀਤਾ ਸੀ, ਜਿਸ ਪੁੰਨ ਦਾ ਫਲ ਤੈਨੂੰ ਇਹ ਸਵੇਨੇ ਦੇ ਮੰਦਰ ਮਿਲੇ ਹੈ, ਤੂੰ ਆਰਾਮ ਕਰ ਰਿਹਾ ਹੈ। ਉਸ ਵੇਲੇ ਉਹਨੇ ਕਿਹਾ ਅੱਖਾਂ ਭਰ ਕੇ ਮੈਂ ਕੀ ਪੁੰਨ ਕਰਨਾ ਸੀ? ਮੇਰੇ ਤਾਂ ਤਾਮਸੀ ਜੂਨ ਸੀ, ਮੈਂ ਸ਼ੇਰ ਦੀ ਜੂਨ ਵਿੱਚ ਸੀ, ਸ਼ੇਰ ਦੀ ਜੂਨ 'ਚ ਪਏ ਹੋਏ ਨੇ। ਮੈਂ ਕੀ ਚੰਗਾ ਕਰਨਾ ਸੀ? ਮੈਂ ਸ਼ਿਕਾਰ ਮਾਰ ਕੇ ਖਾਧਾ ਹੋਇਆ ਸੀ, ਰੱਜਿਆ ਹੋਇਆ ਸੀ, ਤੇ ਵਰਖਾ ਪੈ ਰਹੀ ਸੀ, ਸਿਆਲ ਦੀ ਰੁੱਤ ਸੀ। ਉਸ ਵਕਤ ਮੇਰੇ ਘੁਰਨੇ ਵਿੱਚ 2 ਮਹਾਤਮਾ ਆ ਗਏ। ਉਹਨਾਂ ਨੂੰ ਨਹੀਂ ਸੀ ਪਤਾ, ਉੱਥੇ ਆਰਾਮ ਕਰਦੇ ਸੀ ਵਰਖਾ ਤੋਂ। ਮੈਂ ਵੀ ਆਇਆ, ਵਰਖਾ ਪੈਂਦੀ ਤੋਂ ਗੜੇ ਪਏ, ਸਿਆਲ ਦੀ ਰੁੱਤ ਸੀ। ਉਸ ਵਕਤ ਮੈਂ ਕਿਹਾ ਵੀ 2 ਮਨੁੱਖ ਆ, ਮੈਂ ਰੱਜਿਆ ਹੋਇਆ, ਜੇ ਅੰਦਰ ਗਿਆ ਉਹ ਮੇਰੇ ਭੈ ਨਾਲ ਮਰ ਜਾਣਗੇ। ਮੈਂ ਬਾਹਰ ਹੀ ਘੁਰਨੇ ਤੋਂ ਬੈਠਾ ਹੋਇਆ। ਉਹ ਪਾਲੇ ਤੇ ਗੜਿਆਂ ਦੇ ਦੁੱਖ ਦੇ ਨਾਲ ਸਰੀਰ ਛੱਡ ਗਿਆ। ਜਦੋਂ ਦਿਨ ਚੜ੍ਹਿਆ ਉਹ ਮਹਾਤਮਾ ਅੰਦਰੋਂ ਨਿਕਲੇ। ਵੇਖ ਕੇ ਮੇਰੇ ਸਰੀਰ ਨੂੰ ਵੀ ਇਹਨ ਸਾਡੇ ਪਿੱਛੇ ਸਰੀਰ ਦਿੱਤਾ, ਆਪਦਾ ਚਰਨ ਛੁਹਾ ਕੇ ਚਲੇ ਗਏ। ਉਸ ਘੁਰਨਾ ਇੱਕ ਰਾਤ ਛੱਡਣ ਦੇ ਬਹਾਨੇ ਮੈਨੂੰ ਇਹ ਸੋਨੇ ਦੇ ਮੰਦਰ ਮਿਲੇ ਹੈ। ਦੱਸ ਵੀ ਮੈਂ ਕਿਹੜਾ ਪੁੰਨ ਕਰਨਾ ਸੀ ਤਾਮਸੀ ਆਦਮੀ ਨੇ। ਸੁਣ ਕੇ ਪੀਰ ਨੂੰ ਪਤਾ ਲੱਗ ਗਿਆ ਕਿ ਗੁਰੂ ਮਹਾਰਾਜ ਸਾਹਿਬ ਤਾਂ ਪਰਉਪਕਾਰ ਵਾਸਤੇ ਕਰ ਰਹੇ ਹੈ, ਜੋ ਸਥਾਨ ਬਣਾ ਰਹੇ, ਗੁਰਦੁਆਰਾ ਸਥਾਨ ਬਣਾ ਰਹੇ ਹੈ।
ਮਹਾਰਾਜ ਦੇ ਚਰਨੀ ਆ ਪਿਆ। ਮਹਾਰਾਜ ਤੁਸੀਂ ਮੇਰੀ ਸ਼ੰਕਾ ਮੇੜ ਦਿੱਤੀ ਹੈ। ਜਿਉਂ ਗੁਰੂ ਸਾਹਿਬ ਦੀ ਸਿੱਖੀ ਨੂੰ ਧਾਰਨ ਕੀਤਾ ਉਹ ਰੋਪੜ ਦੇ ਸੱਜਦ ਨੇ। ਇਸ ਪ੍ਰਕਾਰ ਗੁਰੂ ਸਾਹਿਬ ਸੰਗਤਾਂ ਨੂੰ ਨਿਹਾਲ ਕਰਦੇ ਰਹੇ। ਅਨੰਦਪੁਰ ਸਾਹਿਬ ਨੂੰ ਵਸਾ ਕੇ ਚੰਗੀ ਤਰ੍ਹਾਂ ਚੌਜੀ ਪਾਤਸ਼ਾਹ ਦੀਨ ਦੁਨੀ ਦੇ ਵਾਲੀ ਦੇ ਨਾਲ ਇੱਥੇ ਵੀ ਧੀਰਮਲ ਈਰਖਾ ਕਰਦਾ ਰਿਹਾ, ਸਿੱਖਾਂ ਦੇ ਤਾਈਂ ਬਹਿਕਾਉਂਦਾ ਰਿਹਾ। ਭਾਈ ਬੁੱਢੇ ਸਾਹਿਬ ਦੇ ਪੁੱਤਰ ਗੁਰਦੁੱਤੇ ਨੂੰ ਜੋ 6ਵੇਂ ਥਾਂ ਸੀ, ਕਿਹਾ ਕਿ ਮੈਨੂੰ ਪੱਗ ਦੇ ਦਿਓ, ਬਾਜ ਦੇ ਦਿਓ ਲਿਆ ਕੇ। ਕਿਸੇ ਨੂੰ ਕੁਛ ਨਾ ਦਿੱਤਾ। ਜਦੋਂ ਬਹੁਤ ਚਿੱਠਾ ਪੈ ਗਿਆ, ਪਦਾਰਥ ਬੜਾ ਇਕੱਠਾ ਹੋਣੇ ਕਰਕੇ ਮਾਣ ਕਰਦਾ ਹੈ, ਈਰਖਾ ਕਰਦਾ ਹੈ, ਸੰਗਤਾਂ ਦੇ ਵਿੱਚ ਨਿੰਦਿਆ ਸਤਿਗੁਰਾਂ ਦੀ ਕਰਦਾ ਹੈ। ਗੁਰੂ ਮਹਾਰਾਜ ਸਾਹਿਬ ਈਰਖਾ ਨੂੰ ਨਾ ਸਹਾਰਦੇ ਹੋਏ ਕੋਮਲ ਚਿੱਤ ਵਾਲੇ ਸਤਿਗੁਰੂ ਜੀ ਉਸ ਵੇਲੇ ਸੰਸਾਰ ਦੇ ਤਾਰਨ ਦੇ ਨੀਤੀ ਦੇ ਨਾਲ ਤੀਰਥ ਯਾਤਰਾ ਨੂੰ ਸੱਚੇ ਪਾਤਸ਼ਾਹ ਨੇ ਸ਼ੁਰੂ ਕੀਤਾ। ਆਪ ਗਰੀਬ ਨਿਵਾਜ ਜੀ ਇੱਥੋਂ ਅਨੰਦਪੁਰ ਸਾਹਿਬ ਵਸਾ ਕੇ ਸਿੱਖ ਸੰਗਤਾਂ ਨੂੰ ਸੇਵਾ ਸੌਂਪ ਕੇ, ਮਾਤਾ ਸਾਹਿਬ ਨਾਨਕੀ ਜੀ ਬਿਰਧ ਨਾਲ ਹਨ ਅਤੇ ਸਤਿਗੁਰਾਂ ਦੇ ਮਹਿਲ ਮਾਤਾ ਗੁਜਰੀ ਸਾਹਿਬ ਜੀ ਨਾਲ ਹਨ। ਕਿਰਪਾਲ ਚੰਦ ਜੀ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਾਮਾ ਜੀ ਸਨ ਉਹ ਵੀ ਨਾਲ ਹਨ। ਇਸ ਪ੍ਰਕਾਰ ਹੋਰ ਫਕੀਰ ਵੀ 500 ਨਾਲ ਉਦਾਸੀ ਹੈ। ਹੋਰ ਵੀ ਬਹੁਤ ਸਾਰੇ ਸਾਧ ਸੰਤ ਮਹਾਤਮਾ ਗੁਰੂ ਸਾਹਿਬ ਤੀਰਥ ਯਾਤਰਾ ਨੂੰ ਜਾਂਦੇ ਜਾਣ ਕੇ ਸਭ ਨਾਲ ਹੋ ਲਏ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਪਹਿਲਾਂ ਵਿਚਰਦੇ ਰਿਆਸਤਾਂ ਵਿੱਚ, ਇਹ ਪਟਿਆਲਾ ਉਦੋਂ ਵਸਿਆ ਨਹੀਂ ਸੀ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਦੇ ਨਾਲ ਇਹ ਪਟਿਆਲਾ ਨਗਰ ਵਸਿਆ ਹੈ। ਇਹ ਸੱਚੇ ਪਾਤਸ਼ਾਹ ਇਸ ਪ੍ਰਕਾਰ ਕੌਂਤਕ ਕਰਦੇ ਹੋਏ ਵਿਚਰਦੇ ਹੋਏ ਸੱਚੇ ਪਾਤਸ਼ਾਹ ਜੀ ਸਾਰਿਆਂ ਥਾਵਾਂ ਦੇ ਵਿੱਚ ਦੀ ਹੌਲੀ ਹੌਲੀ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਕਈਆਂ ਥਾਵਾਂ 'ਚ ਇੱਕ ਤੰਬਾਕੂ ਪੀਣ ਵਾਲਾ ਇਸ ਆਦਮੀ ਸੀ, ਉਹਨੂੰ ਤੰਬਾਕੂ ਤੋਂ ਹਟਾਇਆ ਸੱਚੇ ਪਾਤਸ਼ਾਹ ਜੀ ਨੇ। ਇਸ ਪ੍ਰਕਾਰ ਕਰੇ ਪਿੰਡ ਦੇ ਵਿੱਚ ਦੀ ਵਿਚਰਦੇ ਹੋਏ ਜਿਹੜਾ 6ਵੇਂ ਪਾਤਸ਼ਾਹ ਜੀ ਨੇ ਸਿੱਖ ਦਾ ਉਧਾਰ ਕੀਤਾ ਸੀ, ਉਸ ਪਿੰਗਲੇ ਦੇ ਨੇਤਰ ਬਣੇ ਸੀ ਅਤੇ ਝਾੜੂ ਦੇਣੇ ਕਰਕੇ ਪਿੰਗਲਾਪੁਣਾ ਵੀ ਹਟ ਗਿਆ ਸੀ। ਹੁਣ ਵੀ ਸਤਿਗੁਰੂ 9ਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ। ਇਸੇ ਪ੍ਰਕਾਰ ਮਹਾਰਾਜ ਸਾਹਿਬ ਵਿਚਰਦੇ ਹੋਏ ਪੂਰਬ ਦੇ ਵਿੱਚ ਦੀ ਜਿੱਥੇ ਜਿੱਥੇ ਸੰਗਤਾਂ ਗੁਰੂ ਸਾਹਿਬ ਨੂੰ ਰਾਹਦੀਆਂ ਸੀ ਉਹਨਾਂ ਨੂੰ ਦਰਸ਼ਨ ਦਿੰਦੇ ਹੋਏ ਸੱਚੇ ਪਾਤਸ਼ਾਹ ਗਏ। ਭਾਈ ਚੱਚਾ ਫੱਗੂ ਆਦਿਕ ਜਿਹੜੇ ਸਨ ਉਹਨਾਂ ਨੂੰ ਗੁਰੂ ਮਹਾਰਾਜ ਸਾਹਿਬ ਨੂੰ ਰਾਧਿਆ ਸੀ, ਉਹਨਾਂ ਨੂੰ ਵੀ ਦਰਸ਼ਨ ਗੁਰੂ ਮਹਾਰਾਜ ਸਾਹਿਬ ਜੀ ਨੇ ਦਿੱਤੇ। ਇਸ ਪ੍ਰਕਾਰ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਕੜੇ ਪਿੰਡ ਦੇ ਅੰਦਰ ਮਲੂਕ ਦਾਸ ਸਾਧ ਸੀ ਵੈਸ਼ਨੋ, ਉਹ ਵੈਸ਼ਨੋ ਮਤ ਦਾ ਸੀ। ਉਸ ਨੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਨਫ਼ਰਤ ਕੀਤੀ ਕਿ ਗੁਰੂ ਸਾਹਿਬ ਸ਼ਿਕਾਰ ਖੇਲਦੇ ਆ ਰਹੇ ਹੈ। ਉਸ ਵਕਤ ਠਾਕਰਾਂ ਨੂੰ ਭੋਗ ਲਗਾਉਣ ਲੱਗਾ ਅਤੇ ਉਹਦੇ 'ਚ ਝਟਕਾ ਵੇਖ ਕੇ ਹੈਰਾਨ ਹੋ ਗਿਆ। ਫਿਰ ਗੁਰੂ ਸਾਹਿਬ ਦੇ ਸਰਦਾ ਦੇ ਨਾਲ ਚਰਨੀ ਆ ਪਿਆ। ਗੁਰੂ ਤੇਗ ਬਹਾਦਰ ਸਾਹਿਬ ਦੀ ਸਿੱਖੀ ਮਲੂਕ ਦਾਸ ਨੇ ਧਾਰਨ ਕੀਤੀ। ਇਸ ਪ੍ਰਕਾਰ ਚੌਜੀ ਪਾਤਸ਼ਾਹ ਤ੍ਰਿਵੇਣੀ 'ਤੇ ਪੁੱਜੇ। ਤ੍ਰਿਵੇਣੀ 'ਤੇ ਜਾ ਕੇ 6 ਮਹੀਨੇ ਸੰਗਤਾਂ ਨੂੰ ਤਾਰਦੇ ਰਹੇ। ਸੰਗਤਾਂ ਨੂੰ ਨਿਹਾਲ ਕਰਦਿਆਂ ਹੋਇਆਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ 6 ਮਹੀਨੇ ਇੱਥੇ ਗੁਜ਼ਰਨ ਤੋਂ ਬਾਅਦ ਮਾਤਾ ਨਾਨਕੀ ਜੀ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਤੁਹਾਡੇ ਪਿਤਾ ਜੀ ਦਾ ਇਹ ਆਗਿਆ ਸੀ ਕਿ ਤੇਰੇ ਪੋਤਰੇ ਦੇ ਦਰਸ਼ਨ ਕਰੇਂਗੀ, ਉਹਨਾਂ ਦੇ ਕੌਂਦਕ ਵੇਖੇਂਗੀ। ਹੁਣ ਆਪਦੀ 45 ਸਾਲ ਦੀ ਉਮਰ ਹੋ ਗਈ ਹੈ, ਹੁਣ ਤੱਕ ਮਾਰਾ ਮੈਂ ਪੋਤਰੇ ਦੇ ਦਰਸ਼ਨ ਨਹੀਂ ਕਰ ਸਕੀ, ਇਹ ਮੇਰੀ ਇੱਛਾ ਪੂਰੀ ਕਰੋ। ਮਹਾਰਾਜ ਨੇ ਕਿਹਾ ਮਾਤਾ ਜੀ ਇਹ ਤਾਂ ਕਰਤਾਰ ਦੇ ਵੱਸ ਹੈ, ਜਦੋਂ ਵਾਹਿਗੁਰੂ ਦੀ ਆਗਿਆ ਹੋਵੇਗੀ ਉਦੋਂ ਸੰਸਾਰ ਦੇ ਤਾਰਨ ਵਾਸਤੇ ਆਪ ਆ ਜਾਣਗੇ। ਇਹ ਬਚਨ ਕੀਤੇ। ਉੱਥੇ ਸੱਚੇ ਪਾਤਸ਼ਾਹ ਜੀ ਜਦੋਂ ਤ੍ਰਿਵੇਣੀ 'ਤੇ ਗਏ ਹਨ, ਕਲਗੀਧਰ ਜੀ ਨੇ ਆਪ ਵਿਚਿਤਰ ਨਾਟਕੀ ਲਿਖਿਆ, ਮੁਰਪਿਤ ਪੂਰਬ ਕੀਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤ੍ਰਿਵੇਣੀ ਭਏ ਪੁੰਨ ਦਾਨ ਦਿਨ ਕਰਤ ਬਤੇ। ਇੱਥੇ ਮਹਾਰਾਜ ਸਾਹਿਬ ਜੀ 6 ਮਹੀਨੇ ਰਹੇ ਤ੍ਰਿਵੇਣੀ ਦੇ ਪ੍ਰਯਾਗਰਾਜ ਦੇ ਉੱਤੇ, ਸੰਗਤਾਂ ਨੂੰ ਤਾਰਦੇ ਰਹੇ ਹਨ। ਇੱਥੇ ਗੁਰੂ ਮਹਾਰਾਜ ਸਾਹਿਬ ਇੱਧਰ ਹੇਮਕੁੰਟ 'ਤੇ ਜੋ ਤਪ ਕਰ ਰਹੇ ਸਨ ਅਕਾਲ ਪੁਰਖ ਦੀ ਆਗਿਆ ਦੇ ਨਾਲ, ਉਸ ਵਕਤ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਾਤਾ ਦੇ ਬੇਨਤੀ ਕਰਨ ਤੋਂ ਸ੍ਰੀ ਅਖੰਡ ਪਾਠ ਜਿਹੜਾ 9ਵੇਂ ਪਾਤਸ਼ਾਹ ਦੇ ਨਾਲ ਬੀੜ ਸਿੰਘ ਪੜਨੇ ਸਾਹਿਬ, ਉਹ ਗੁਰਦੁਆਰਾ ਸਾਹਿਬ ਗਊ ਘਾਟ ਵਿੱਚ ਮੌਜੂਦ ਹੈ, ਉਹ ਸਰੂਪ ਨਾਲ ਰੱਖਦੇ ਸੀ। ਉਸ ਤੋਂ ਪਾਠ ਕੀਤਾ ਗਿਆ। ਪਾਠ ਕਰਨ ਦੇ ਭੋਗ ਤੋਂ ਬਾਅਦ ਜਿਸ ਵਕਤ ਲੰਗਰ ਕੀਤਾ ਮਹਾਰਾਜ ਸਾਹਿਬ ਜੀ ਨੇ ਪੁੰਨ ਦਾਨ ਕੀਤਾ, ਇਸ ਵਕਤ
ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਮਾਤਾ ਗੁਜਰੀ ਸਾਹਿਬ ਦੇ ਉੱਥੇ ਤ੍ਰਿਵੇਣੀ ਤੇ ਰਹਿੰਦਿਆਂ ਹੋਇਆਂ 6 ਮਹੀਨੇ ਰਹਿੰਦਿਆਂ ਹੋਇਆਂ ਮਾਤਾ ਦੇ ਉਦਰ ਵਿੱਚ ਕਲਗੀਧਰ ਜੀ ਆਏ ਹਨ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਤ੍ਰਿਵੇਣੀ ਤੇ 6 ਮਹੀਨੇ ਰਹੇ ਤੇ ਫਿਰ ਮਹਾਰਾਜ ਸਾਹਿਬ ਸੰਗਤਾਂ ਦੇ ਪ੍ਰੇਮ ਦੇ ਨਾਲ ਚੱਚੇ ਫੱਗੂ ਨੂੰ ਦਰਸ਼ਨ ਦਿੰਦੇ ਹੋਏ ਅਤੇ ਉਸ ਦੀ ਭੇਟਾ ਬੇਰੀ ਜਿਹੜੀ ਇੱਕ ਮਾਈ ਨੇ ਕੂੜਾ ਝੋਲੀ 'ਚ ਪਾ ਦਿੱਤਾ ਸੀ, ਉਸ ਨੂੰ ਕੂੜੇ ਵਿੱਚ ਗਿੜਕਾਂ ਦੇਖ ਕੇ ਬੇਰੀ ਬੀਜਤੀ ਸੀ। ਉਹ ਬੇਰੀ ਮਹਾਰਾਜ ਸਾਹਿਬ ਜੀ ਨੇ ਕਿਹਾ, ਇਹ ਮਹਾਰਾਜ ਤੁਹਾਡੀ ਭੇਟਾ ਹੈ। ਇੱਕ ਮਾਈ ਗਰੀਬਣੀ ਸੀ, ਉਹਦੇ ਪਤੀ ਨੇ ਕੁਝ ਪ੍ਰਦੇਸ਼ 'ਚੋਂ ਭੇਜਿਆ ਨਹੀਂ ਸੀ, ਉਹਨੇ ਕੂੜਾ ਝੋਲੀ 'ਚ ਪਾਇਆ ਸੀ ਤੇ ਉਸ ਨੂੰ ਉਹ ਸਿੱਖਣ ਭਲਾ ਲੋੜ ਕਰਕੇ ਇਹ ਮਹਾਰਾਜ ਮੈਂ ਇੱਥੇ ਬੀਜਤਾ ਸੀ, ਇਹਦੇ 'ਚੋਂ ਇਹ ਬੇਰੀ ਪੈਦਾ ਹੋਈ ਆਪਦੀ ਭੇਟ ਹੈ। ਹੁਣ ਤੱਕ ਉਹ ਬੇਰੀ ਹੈ ਚੱਚੇ ਫੱਗੂ ਦੇ ਘਰ ਵਿੱਚ ਸਾਧ ਸੰਗਤ ਜੀ ਸੰਸਰਾਮ ਵਿੱਚ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਇਸ ਪ੍ਰਕਾਰ ਉਹ ਸਿੱਖ ਦੀ ਗਰੀਬੀ ਦੀ ਭੇਟਾ ਲੈਣ ਵਾਲੇ ਦੀ ਗੁਰੂ ਕੀ ਕਾਰ ਨੂੰ ਇਕੱਤਰ ਕਰਕੇ ਮੇਲ ਛੱਡ ਕੇ ਸੇਵਾ ਕਰਨ ਵਾਲੇ ਦੀ ਭੇਟਾ ਨੂੰ ਸੰਗਤਾਂ 'ਚ ਮਸ਼ਹੂਰ ਕਰਕੇ ਅੱਗੇ ਮਹਾਰਾਜ ਪੜਨੇ ਸਾਹਿਬ ਪੂਜੇ ਹਨ। ਹੋਰਨਾਂ ਥਾਵਾਂ ਵਿੱਚ ਇਸੇ ਤਰ੍ਹਾਂ ਹਾਂਡੀ ਸਾਹਿਬ ਗੁਰਦੁਆਰਾ ਦਾਨਪੁਰ ਹੈ। ਇਸੇ ਪ੍ਰਕਾਰ ਗੁਰੂ ਸਾਹਿਬ ਕੌਂਤਕ ਕਰਦੇ ਹੋਏ ਜਿਸ ਵੇਲੇ ਪੜਨੇ ਸਾਹਿਬ ਪੂਜੇ ਹਨ, ਸੰਗਤਾਂ ਨੂੰ ਗੁਰੂ ਸਾਹਿਬ ਦੇ ਨਾਲ ਬੜਾ ਪਿਆਰ ਕੀਤਾ ਤੇ ਉੱਥੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਰਹਿੰਦਿਆਂ ਤੋਂ ਇੱਕ ਬਿਸ਼ਨ ਸਿੰਘ ਜੋਧਪੁਰ ਦਾ ਰਾਜਾ ਸੀ, ਜਿਹਦੀ ਵਾਰ ਸਾਧ ਸੰਗਤ ਜੀ ਭਾਈ ਵੀਰ ਸਿੰਘ ਨੇ ਰਾਜਾ ਰਾਮ ਕਰਕੇ ਲਿਖਿਆ ਹੈ। ਰਾਜਾ ਰਾਮ ਜਿਹੜਾ ਸੀ ਅਸਾਮ ਦਾ ਰਾਜਾ ਸੀ, ਇਹਨ ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ ਅੱਗੇ ਮਾਨਸ ਵਰਗੇ ਸਾਡੇ ਜਿਹੜੇ ਬਜ਼ੁਰਗ ਸੀ ਉਹ ਕਾਮਰੂ ਦੇਸ਼ 'ਚ ਟੂਣਿਆਂ ਟਾਮਣਿਆਂ ਨਾਲ ਮਾਰੇ ਗਏ। ਔਰੰਗਜ਼ੇਬ ਜਿਹਨੂੰ ਚਾਹੁੰਦਾ ਹੈ ਕਿ ਯੋਧਾ ਨਾ ਰਵੇ, ਇਹ ਰਾਜਾ ਨਾ ਰਹੇ, ਉਹਨਾਂ ਨੂੰ ਕਾਮਰੂ ਦੇਸ਼ 'ਤੇ ਚੜ੍ਹਾਈ ਕਰਵਾ ਦਿੰਦਾ। ਤਲਵਾਰ ਉਹ ਪਈ ਰਹੀ ਸੀ ਤੇ ਮੈਨੂੰ ਹੁਣ ਉਹਨਾਂ ਆਗਿਆ ਦੇ ਕੇ ਚੁਕਾਤੀ ਹੈ। ਮੈਂ ਤੁਹਾਡੇ ਇੱਧਰ ਆਏ ਜਾਣ ਕੇ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਮੇਰੀ ਰਾਣੀ ਨੇ ਦੱਸਿਆ ਕਿ ਗੁਰੂ ਮਹਾਰਾਜ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਪੜਨੇ ਸਾਹਿਬ ਗਏ ਹੈ। ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਜਿਵੇਂ ਮਹਾਰਾਜ ਮੇਰੀ ਜਾਨ ਬਖਸ਼ੀ ਹੋਵੇ, ਨਾ ਦੇਸ਼ ਵੀ ਸਰ ਹੋ ਜਾਵੇ, ਉਹ ਉਪਾਅ ਕਰੋ। ਸੁਣ ਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਰਾਜੇ ਦੀ ਮਦਦ ਕਰਨ ਵਾਸਤੇ ਨਾਲੇ ਪ੍ਰਚਾਰ ਕਰਨ ਵਾਸਤੇ ਬ੍ਰਹਮਪੁੱਤਰ ਤੱਕ ਜਾਣ ਦਾ ਇਰਾਦਾ ਕੀਤਾ ਗਰੀਬ ਨਵਾਜ ਜੀ ਨੇ। ਇਸ ਪ੍ਰਕਾਰ ਸਾਧ ਸੰਗਤ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਬਿਸ਼ਨ ਸਿੰਘ ਦੀ ਬੇਨਤੀ ਨੂੰ ਸੁਣ ਕੇ ਜੋ ਤਿਆਰ ਹੋ ਪਏ, ਉਸ ਵਕਤ ਮਾਤਾ ਸਾਹਿਬ ਜੀ ਨੂੰ ਸੰਗਤਾਂ ਨੇ ਕਿਹਾ ਕਿ ਮਹਾਰਾਜ ਫੇਰ ਤੁਹਾਡੇ ਦਰਸ਼ਨ ਹੋ ਸਕਣ, ਵਾਪਸ ਆਉਂਦਿਆਂ ਇੱਥੇ ਆਪਣਾ ਸਰੂਪ ਕੋਈ ਟਿਕਾਓ। ਮਾਤਾ ਨਾਨਕੀ ਜੀ ਨੂੰ ਅਤੇ ਗੁਰੂ ਸਾਹਿਬ ਜੀ ਨੂੰ ਮਾਤਾ ਗੁਜਰੀ ਜੀ ਨੂੰ ਆਗਿਆ ਕੀਤੀ ਕਿ ਤੁਸੀਂ ਇੱਥੇ ਰਹੋ, ਸੰਗਤ ਤੁਹਾਡੀ ਸੇਵਾ ਕਰੇਗੀ, ਨਾਲੇ ਸਾਹਿਬਜ਼ਾਦੇ ਦਾ ਅਵਤਾਰ ਇੱਥੇ ਹੋਵੇਗਾ, ਉਡੀਕ ਰੱਖੋ। ਇਹ ਬਚਨ ਕਹਿ ਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਅਸਾਮ ਦੇ ਇਲਾਕੇ ਨੂੰ ਪੂਰਬ ਵੱਲ ਤਿਆਰ ਹੋ ਗਏ। ਤਿਆਰ ਹੋਣ ਤੋਂ ਬਾਅਦ ਜਦੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਰਸਤੇ 'ਚ ਜਾ ਰਹੇ ਸਨ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਵਤਾਰ ਹੋਇਆ। ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਅਵਤਾਰ ਦੀਆਂ ਖੁਸ਼ੀਆਂ ਜੋ ਰਾਜੇ ਨੂੰ ਪਤਾ ਲੱਗਾ, ਸਾਰੀਆਂ ਫੌਜਾਂ ਉਸ ਵੇਲੇ ਫੈਰ ਕੀਤੇ ਤੇ ਇਕੱਠੀ ਖੁਸ਼ੀ ਮਨਾਈ। ਮਹਾਰਾਜ ਸਾਹਿਬ ਦੇ ਤੋਪਾਂ ਦੇ ਫੈਰ ਕੀਤੇ ਮਹਾਰਾਜ ਦੇ ਅਵਤਾਰ ਦੀ ਖੁਸ਼ੀ ਵਿੱਚ, ਤੇ ਜੋ ਕਿਸੇ ਤੋਂ ਸਰਿਆ ਪੁੰਨਦਾਨ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਕੀਤਾ ਕਿ ਹੇ ਪਰਮੇਸ਼ਰ, ਤੁਸੀਂ ਸੰਸਾਰ ਦੀ ਰੱਖਿਆ ਕਰਨ ਵਾਸਤੇ ਆਪ ਹੀ ਆਪ ਪ੍ਰਬੰਧ ਕੀਤਾ ਹੈ। ਇਸ ਪ੍ਰਕਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਖਬਰ ਸੁਣੀ, ਜਾਂਦਿਆਂ ਹੋਇਆਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅਵਤਾਰ ਧਾਰਨ ਦੀ 4-5 ਸਾਲ ਸੱਚੇ ਪਾਤਸ਼ਾਹ ਜੀ ਇਸ ਅਸਾਮ ਦੇ ਇਲਾਕੇ 'ਚ ਰਹੇ ਹਨ। ਅਤੇ ਇੱਥੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਕਾਮਰੂ ਦੇਸ਼ ਦਾ ਜਿਹੜਾ ਰਾਜਾ ਸੀ, ਉਹਦੇ ਤਾਈਂ ਉਹਦੇ ਮੰਤਰ ਜੰਤਰ ਕੋਈ ਨਹੀਂ ਚੱਲੇ ਰਾਜੇ ਤੇ ਬਿਸ਼ਨ ਸਿੰਘ ਤੇ ਫੌਜਾਂ ਤੇ। ਗੁਰੂ ਮਹਾਰਾਜ ਸਾਹਿਬ ਜੀ ਨੇ ਉਹਨਾਂ ਨੂੰ ਦਰਿਆ ਲਟਾਉਣਾ ਚਾਹਿਆ। ਸੰਗਤਾਂ ਨੂੰ ਕਿਹਾ ਕਿ ਤੁਸੀਂ ਰਾਜਾ ਸਾਡਾ ਬਚਨ ਮੰਨ ਕੇ ਉੱਤੇ ਆ ਜਾਓ, ਜਿੱਥੇ ਦਮਦਮਾ ਸਾਹਿਬ ਰਚਿਆ, ਫਿਰ ਤੁਹਾਡੀ ਰੱਖਿਆ ਹੋਵੇਗੀ। ਜਿਹੜੀ ਕੋਈ ਤੁਰਕਾਂ ਦੀ ਫੌਜ ਨੇ ਨਾ ਪ੍ਰਵਾਹ ਕੀਤੀ, 200 ਦਾ ਦਸਤਾ, ਉਹ ਤਾਂ ਦਰਿਆ 'ਚ ਹੀ ਰੁੜ ਗਿਆ। ਜਿਨ੍ਹਾਂ ਨੂੰ ਬਚਨ ਮੰਨ ਲਿਆ ਸ਼ਰਧਾ ਨਾਲ, ਉਹ ਸਾਰਿਆਂ ਦਾ ਬਚਾਅ ਹੋ ਗਿਆ। ਇਸ ਪ੍ਰਕਾਰ ਰਾਜੇ ਦਾ ਬਚਾਅ ਕਰਕੇ ਉਹ ਕਮੱਖਿਆ ਦੇਵੀ ਦਾ ਉਪਾਸ਼ਕ ਸੀ ਰਾਜਾ। ਉਸ ਰਾਜੇ ਨੇ ਦੇਵੀ ਨੂੰ ਆਰਾਧਿਆ
ਤੇ ਦੇਵੀ ਉਸ ਵੇਲੇ ਮੂੰਹ ਚੜ ਕੇ ਉਹਦੀ ਮਾਤਾ ਦੇ ਬੋਲੀ ਕਿ ਹੇ ਰਾਜਾ, ਜੇ ਆਪਦਾ ਭਲਾ ਚਾਹੁੰਦਾ ਗੁਰੂ ਤੇਗ ਬਹਾਦਰ ਸਿੰਘ ਦੇ ਸਾਂਝੇ ਹਨ, ਉਹਨਾਂ ਦੀ ਸ਼ਰਨ ਚਲਿਆ ਜਾ, ਹੋਰ ਕੋਈ ਉਪਾਅ ਨਹੀਂ। ਸੁਣ ਕੇ ਰਾਜੇ ਨੇ ਉਸ ਵਕਤ ਗੁਰੂ ਮਹਾਰਾਜ ਸਾਹਿਬ ਦੀ ਸ਼ਰਨ ਲਈ ਤੇ ਸ਼ਰਨ ਆ ਕੇ ਕਿਹਾ ਕਿ ਮਹਾਰਾਜ, ਸਾਡਾ ਹਿੰਦ ਧਰਮ ਹੈ, ਸਾਨੂੰ ਤੁਰਕਾਂ ਦੇ ਵੱਸ ਨਾ ਪਾਓ। ਇਹ ਜਦੋਂ ਕਿਹਾ, ਮਹਾਰਾਜ ਨੇ ਕਿਹਾ ਨਹੀਂ, ਅਸੀਂ ਔਰੰਗਜ਼ੇਬ ਦੇ ਵੱਸ ਨਹੀਂ ਪਾਉਂਦੇ, ਰਾਜੇ ਨਾਲ ਤੂੰ ਮੇਲ ਕਰ ਲੈ, ਬਿਸ਼ਨ ਸਿੰਘ ਦੇ ਨਾਲ। ਉਸ ਵੇਲੇ ਬਿਸ਼ਨ ਸਿੰਘ ਦੇ ਨਾਲ ਮਿਲਾਪ ਕਰਾਤਾ ਇਹਨਾਂ ਦਾ। ਮਿਲਾਪ ਕਰਨ ਤੋਂ ਹੱਦ ਬਣਾਤੀ। ਧੋਬੜੀ ਸਾਹਿਬ ਗੁਰਦੁਆਰਾ ਬਣਿਆ ਹੈ ਕਿ ਇਹ ਇੱਧਰਲੀ ਹਿੰਦ ਦੀ ਹੱਦ ਰਹੀ, ਇਹ ਤੇਰੇ ਰਾਜ ਦੀ ਹੱਦ ਰਹੀ। ਆਪਣਾ ਖੰਜਰ ਮਹਾਰਾਜ ਸਾਹਿਬ ਨੂੰ ਉੱਥੇ ਗੱਡ ਕੇ ਉਹਦਾ ਨਾਮ ਖੰਜਰ ਨਗਰ ਦਾ ਨਾਮ ਵਸਾਇਆ। ਇਸ ਪ੍ਰਕਾਰ ਹੱਦ ਬਣਾ ਕੇ ਗਰੀਬ ਨਵਾਜਨ ਕਾਮਰੂ ਦੇਸ਼ ਦੀ ਤੇ ਇੱਧਰਲੇ ਮੁਲਕ ਦੀ ਉਸ ਵੇਲੇ ਉਹਨਾਂ ਦੋਹਾਂ ਰਾਜਿਆਂ ਦਾ ਮਿਲਾਪ ਕਰਾ ਕੇ ਜਿੱਤ ਕਰਾਈ। ਇਸ ਪ੍ਰਕਾਰ ਜਿੱਤ ਹੋਣ ਤੋਂ ਬਾਅਦ ਅਸਾਮ ਦਾ ਪਤੀ ਜਿਹੜਾ ਰਾਜਾ ਰਾਮ ਸੀ, ਉਹਦੇ ਘਰ ਔਲਾਦ ਨਹੀਂ ਸੀ ਹੁੰਦੀ। ਰਾਣੀ ਨੂੰ ਗੁਰੂ ਸਾਹਿਬ ਦੀ ਮਹਿਮਾ ਸੁਣੀ ਹੋਈ ਸੀ। ਰਾਜੇ ਨੂੰ ਕਿਹਾ ਕਿ ਹੇ ਪਤੀ, ਜੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਚਰਨ ਪਾਏ, ਉਹਨਾਂ ਦੀ ਸ਼ਰਨ ਚੱਲੇ ਤੇ ਤਾਂ ਆਪਣਾ ਸ਼ਾਇਦ ਮਹਾਰਾਜ ਸਾਹਿਬ ਸਾਡੀ ਕੋਲ ਹਰੀ ਕਰ ਦੇਣ। ਇਉਂ ਜਾਣ ਕੇ ਰਾਜਾ ਤੇ ਰਾਣੀ ਗੁਰੂ ਸਾਹਿਬ ਦੀ ਸ਼ਰਨ ਵਿੱਚ ਇੱਥੇ ਦਮਦਮੇ ਸਾਹਿਬ ਬੈਠੇ ਆ ਮਹਾਰਾਜ, ਜੋ ਬ੍ਰਹਮਪੁੱਤਰ ਦੇ ਕਿਨਾਰੇ 'ਤੇ ਬਣਿਆ ਹੋਇਆ ਹੈ। ਇੱਥੇ ਬੈਠਿਆਂ ਦੇ ਪਾਸ ਉਹ ਰਾਜਾ ਮਹਾਰਾਜ ਦੀ ਸ਼ਰਨ ਵਿੱਚ ਆਇਆ, ਰਾਣੀ ਦੇ ਸਮੇਤ। ਗੁਰੂ ਮਹਾਰਾਜ ਸਾਹਿਬ ਦੀ ਸ਼ਰਨ ਪੈ ਕੇ ਕਿਹਾ ਕਿ ਮਹਾਰਾਜ, ਮੇਰੇ ਘਰ 'ਚ ਰਾਜ ਦਾ ਮਾਲਕ ਟਿੱਕਾ ਨਹੀਂ ਹੈ ਕੋਈ, ਕਿਰਪਾ ਕਰਕੇ ਬਖਸ਼ਿਸ਼ ਕਰੋ। ਸੁਣ ਕੇ ਗੁਰੂ ਮਹਾਰਾਜ ਸਾਹਿਬ ਜੀ ਨੂੰ ਪ੍ਰਸੰਨ ਹੋ ਕੇ ਸ਼ਰਨ ਆਇਆ ਜਾਣ ਕੇ ਰਾਜੇ ਨੂੰ ਉਹਦੀ ਗੋਡੇ 'ਤੇ ਮਹਾਰਾਜ ਨੇ ਆਪਣੀ ਮੋਹਰ ਲਾ ਦਿੱਤੀ। ਮੋਹਰ ਲਾਉਣ ਤੋਂ ਕਿਹਾ ਕਿ ਮੋਹਰ ਦੀ ਨਿਸ਼ਾਨੀ ਹੋਵੇਗੀ, ਸਾਡਾ ਸਿੱਖ ਹੋਵੇਗਾ ਤੇਰਾ ਪੁੱਤਰ। ਇਹ ਬਚਨ ਕਹਿ ਕੇ ਮਹਾਰਾਜ ਸਾਹਿਬ ਜੀ ਉਸ ਰਾਜੇ ਨੂੰ ਵਰ ਦੇ ਕੇ ਆ ਗਏ। 1 ਸਾਲ ਬਾਅਦ ਉਹਦੇ ਪੁੱਤਰ ਪੈਦਾ ਹੋਇਆ। ਉਹ ਪੁੱਤਰ ਪੈਦਾ ਹੋਣ ਤੋਂ ਨਾਮ ਰਤਨ ਰਾਜ ਰੱਖਿਆ ਗਿਆ। ਫਿਰ ਉਹ ਪਿਤਾ 10 ਕੁ ਸਾਲ ਦਾ ਹੋਏ ਤੋਂ ਗੁਜ਼ਰ ਗਿਆ। ਉਦੋਂ ਬਾਅਦ ਸਾਧ ਸੰਗਤ ਜੀ ਉਹ ਰਤਨ ਰਾਜ ਨੇ ਇੱਕ ਦਿਨ ਸ਼ੀਸ਼ੇ 'ਚ ਆਪਦਾ ਚਿਹਰਾ ਵੇਖਦਿਆਂ ਵੇਖਿਆ, ਮਾਤਾ ਨੂੰ ਪੁੱਛਿਆ, ਮਾਤਾ ਮੇਰੇ ਰੋਮ ਨਹੀਂ ਉੱਗੇ ਹੋਏ ਸਿਰ ਵਿੱਚ, ਇਹ ਕੀ ਕਾਰਨ ਹੈ, ਇੰਨਾ ਥਾਂ ਬਿਨਾਂ ਰੋਮਾਂ ਤੋਂ ਹੈ। ਉਹਨੇ ਕਿਹਾ, ਪੁੱਤਰ ਇਹ ਗੁਰੂ ਸਾਹਿਬ ਦੀ ਮੋਹਰ ਹੈ, ਤੇਰੇ ਪਿਤਾ ਦੇ ਮਹਾਰਾਜ ਸਾਹਿਬ ਨੇ ਪੱਟ 'ਤੇ ਲਾਈ ਸੀ, ਕਿਹਾ ਸੀ ਇਹ ਸਾਡੀ ਮੋਹਰ ਦੀ ਨਿਸ਼ਾਨੀ ਤੇਰੇ ਪੁੱਤਰ ਦੇ ਸਿਰ 'ਚ ਹੋਵੇਗੀ। ਇਹ ਗੁਰੂ ਸਾਹਿਬ ਦੇ ਵਰ ਨਾਲ ਤੂੰ ਪੈਦਾ ਹੋਇਆ। ਇਹ ਸੁਣ ਕੇ ਉਹਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਚਾਹੀਦੇ। ਫਿਰ 10ਵੇਂ ਪਾਤਸ਼ਾਹ ਦੀ ਉਹ ਸ਼ਰਨ ਵਿੱਚ ਰਤਨ ਦਾ ਆਵੇਗਾ। ਇਸ ਅਸਾਮ ਦਾ ਜੋ ਪ੍ਰਸਾਦੀ ਹਾਥੀ ਆਦਿਕ 5 ਕਲਾ ਸ਼ਸਤਰ ਆ ਕੇ ਭੇਟਾ ਲੈ ਕੇ ਆਵੇਗਾ। ਇਉਂ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਉੱਧਰੋਂ ਅਸਾਮ ਦੇ ਹੱਦ ਤੋਂ ਕਾਮਰੂ ਦੇਸ਼ ਨੂੰ ਫਤਿਹ ਕਰਾ ਕੇ, ਜਿਨ੍ਹਾਂ 'ਤੇ ਜ਼ੋਰ ਕਿਸੇ ਪ੍ਰਕਾਰ ਦਾ ਮੰਤਰ ਯੰਤਰ ਦਾ ਰਾਜੇ 'ਤੇ ਵੀ ਨਹੀਂ ਚੱਲਿਆ, ਗੁਰੂ ਸਾਹਿਬ ਰੱਖਿਆ ਕੀਤੀ। ਸਹੀ ਸਲਾਮਤ ਰਾਜੇ ਦੀ ਜਾਨ ਦੀ ਬਖਸ਼ੀ ਕਰਕੇ ਜਦੋਂ ਵਾਪਸ ਪਟਨੇ ਸਾਹਿਬ ਆਏ ਹਨ, ਉਦੋਂ ਮਹਾਰਾਜ ਸਾਹਿਬ ਦਾ 5 ਸਾਲ ਦਾ ਸਰੂਪ ਗੁਰੂ 10ਵੇਂ ਪਾਤਸ਼ਾਹ ਦਾ ਹੋ ਗਿਆ ਸੀ। ਇਹ ਰਾਜੇ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਚਾਹੇ, ਗੁਰੂ ਗੋਬਿੰਦ ਸਿੰਘ ਸਾਹਿਬ ਦੇ। ਇਸ ਨੂੰ ਗੁਰੂ ਮਹਾਰਾਜ ਸਾਹਿਬ ਜੀ ਨੇ ਦਰਸ਼ਨ ਕਰਾਏ ਖੁੱਲ੍ਹੇ ਦੀਵਾਨ ਵਿੱਚ। ਫਿਰ ਰਾਜੇ ਨੇ ਆਗਿਆ ਪਾ ਕੇ ਮਹਾਰਾਜ ਦੀ ਆਪਣੇ ਜੋਧਪੁਰ ਜੈਪੁਰ ਨੂੰ ਚਲੇ ਗਏ ਸੀ। ਤੇ ਗੁਰੂ ਮਹਾਰਾਜ ਸਾਹਿਬ ਉਸ ਵਕਤ ਪੜ੍ਹਨੇ ਦੀ ਸੰਗਤ ਨੂੰ ਨਿਹਾਲ ਕਰਦੇ ਰਹੇ। ਇੱਕ ਕਾਜੀ ਦਾ ਬਾਗ ਸੀ, ਉਹ ਸੁੱਕਾ ਹੋਇਆ ਬਾਗ ਸੀ। ਸਤਿਗੁਰੂ ਮਹਾਰਾਜ ਸਾਹਿਬ ਦੇ ਚਰਨ ਪਾਉਣ ਤੋਂ ਉਹ ਹਰਾ ਹੋ ਗਿਆ। ਸਾਧ ਸੰਗਤ ਜੀ, ਹਰਾ ਹੋਣ ਤੋਂ ਉਸ ਕਾਜੀ ਨੇ ਮਹਾਰਾਜ ਸਾਹਿਬ ਨੂੰ ਪੁੱਛਿਆ, ਕਿਹਦਾ ਬਾਗ ਹੈ ਜੀ? ਗੁਰੂ ਕਾ ਬਾਗ। ਇਉਂ 3 ਵਾਰੀ ਮਹਾਰਾਜ ਪੁੱਛਣ ਤੋਂ ਉਹ ਸਤਿਗੁਰਾਂ ਨੂੰ ਅਰਦਾਸ ਕਰਤਾ ਸੀ। ਉਹ ਗੁਰੂ ਕਾ ਬਾਗ ਲੈਣ ਦੇ ਨਾਲ ਸਾਧ ਸੰਗਤ ਜੀ ਅਸਥਾਨ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦਗਾਰ। ਇਸ ਪ੍ਰਕਾਰ ਗੁਰੂ ਸਾਹਿਬ ਪੜ੍ਹਨੇ ਦੀਆਂ ਸੰਗਤਾਂ ਨਿਹਾਲ ਕਰਦੇ ਰਹੇ। ਗਊ ਘਾਟ 'ਤੇ ਜਦੋਂ ਮਹਾਰਾਜ ਸਾਹਿਬ ਆਏ ਸਨ, ਇੱਥੇ ਭਾਈ ਜੈਤਾ ਸੇਠ ਸੀ, ਇਹ ਪ੍ਰੇਮੀ ਸੀ, ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਸਾਧਕ ਸਿੱਖ ਸੀ। ਇਹਦੀ ਵਾਪਸ ਸਿੱਖਾਂ ਨੇ ਸ਼ਿਕਾਇਤ ਕੀਤੀ ਕਿ ਮਹਾਰਾਜ ਕਹਿੰਦੇ ਹੈ ਸਿੱਖ ਇਸ਼ਨਾਨ ਨਹੀਂ ਕਰਦਾ। ਮਹਾਰਾਜ ਸਾਹਿਬ ਨੇ ਕਿਹਾ, ਅੱਜ ਭਾਈ ਸੰਗਤਾਂ ਸਾਡੇ ਕੋਲੇ ਰਹੋ, ਸਾਨੂੰ ਦਰਸ਼ਨ ਕਰਾਈਏ। ਜਿਸ ਵੇਲੇ ਸੰਗਤਾਂ ਨੇ ਰਾਤ ਉੱਥੇ ਰਹੇ, ਜਦੋਂ ਅੱਧੀ ਰਾਤ ਹੋਈ ਉਸ ਵੇਲੇ ਗਊ ਦਾ ਰੂਪ ਧਾਰ ਕੇ ਗੰਗਾ ਆਈ ਹੈ। ਗੰਗਾ ਨੇ ਆਪਦੇ ਮੂੰਹ ਥਾਣੀ ਜਲ ਦੇ ਨਾਲ ਚਵੱਚਾ ਭਰਤਾ ਭਾਈ ਜੈਤੇ ਦਾ। ਉਹਦੇ 'ਚ ਜੈਤੇ ਨੇ ਇਸ਼ਨਾਨ ਕੀਤਾ। ਮਹਾਰਾਜ ਕਹਿੰਦੇ, ਵੇਖੋ ਇਹ ਸਿੱਖ ਦਾ ਗੰਗਾ ਇੱਥੇ ਆ ਕੇ ਇਸ਼ਨਾਨ ਕਰਾਉਂਦੀ ਹੈ।
ਸੁਣ ਕੇ ਸਾਰੀ ਸੰਗਤ ਨੂੰ ਭਰੋਸਾ ਹੋ ਗਿਆ ਸੀ। ਇਸ ਪ੍ਰਕਾਰ ਦਰਸ਼ਨ ਦਿੰਦੇ ਹੋਏ ਮਹਾਰਾਜ ਸਾਹਿਬ ਜਗਤ ਗੁਰੂ ਜੀ ਫਿਰ ਸੱਚੇ ਪਾਤਸ਼ਾਹ ਕਿਹਾ ਕਿ ਸਾਹਿਬਜ਼ਾਦੇ ਜਦੋਂ ਵੱਡੇ ਹੋ ਕੇ ਨਾਲ ਲੈ ਕੇ ਆਇਓ। ਇਉਂ ਬਚਨ ਕਰਕੇ ਪੜਨੇ ਸਾਹਿਬ ਹੀ ਮਹਾਰਾਜ ਸਾਹਿਬ ਨੂੰ ਛੱਡ ਕੇ ਗਰੀਬ ਨਵਾਜ਼ ਅੰਤਰਜਾਮੀ ਇੱਥੇ ਮੁਲਕ ਦੇ ਵਿੱਚ ਹੌਲੀ ਹੌਲੀ ਚਰਨ ਪਾਉਂਦੇ ਆ ਗਏ। ਜਿਸ ਵੇਲੇ ਅਨੰਦਪੁਰ ਸਾਹਿਬ ਵਿੱਚ ਆਏ ਸੰਗਤਾਂ ਬੜੀਆਂ ਪ੍ਰਸੰਨ ਹੋਈਆਂ ਦਰਸ਼ਨ ਦੇਖ ਕੇ ਮਹਾਰਾਜ ਸਾਹਿਬ ਦੇ। ਇਉਂ 2 ਸਾਲ ਅਨੰਦਪੁਰ ਸਾਹਿਬ ਆ ਕੇ ਸੱਚੇ ਪਾਤਸ਼ਾਹ ਸੰਗਤਾਂ ਨੂੰ ਤਾਰਦੇ ਰਹੇ। ਜਿਸ ਵਕਤ ਸਾਧ ਸੰਗਤ ਜੀ ਇੱਧਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਹਾਰਾਜ ਪੱਤਰਕਾ ਲਿਖ ਕੇ ਹੁਣ ਤੁਸੀਂ ਵਾਪਸ ਆ ਜਾਓ, ਉਦੋਂ ਮਹਾਰਾਜ ਸਾਹਿਬ ਹੌਲੀ ਹੌਲੀ ਕਸ਼ਮੀਰ ਕਾਂਸੀ ਵਿੱਚ ਦੀ ਹੁੰਦੇ ਹੋਏ ਇਸ ਪ੍ਰਕਾਰ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਗੰਗਾ ਅਰਕਾਂ ਦੇ ਉੱਤੇ ਚਰਨ ਪਾਉਂਦੇ ਹੋਏ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਲਖਨੌਰ ਸਾਹਿਬ ਹੁੰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਪੁੱਜੇ ਹਨ। ਅਨੰਦਪੁਰ ਸਾਹਿਬ ਪੁੱਜ ਕੇ ਸੱਚੇ ਪਾਤਸ਼ਾਹ ਜੀ ਨੇ ਗੁਰੂ ਗਰੀਬ ਨਵਾਜ਼ ਅੰਤਰਜਾਮੀ ਦੀ ਸ਼ਰਨ ਵਿੱਚ ਰਹੇ ਹਨ। 7 ਸਾਲ ਦੀ ਆਪਦੀ ਉਮਰ ਹੋ ਗਈ ਸੀ। ਉਸ ਵਕਤ ਮਹਾਰਾਜ ਦੀ ਹਜ਼ੂਰੀ 'ਚ 2 ਸਾਲ ਰਹਿੰਦੇ ਹੋਇਆਂ ਗਿਆਨੀ ਗਿਆਨ ਸਿੰਘ ਜੀ ਲਿਖਿਆ ਜੋ 9ਵੇਂ ਸਾਲ ਦੀ ਉਮਰ ਮਹਾਰਾਜ ਸਾਹਿਬ ਦੀ ਹੋਈ ਉਸ ਵਕਤ ਸਾਧ ਸੰਗਤ ਜੀ ਕਸ਼ਮੀਰੀ ਬ੍ਰਾਹਮਣਾਂ ਨੇ ਆ ਕੇ ਸਤਿਗੁਰੂ ਸਾਹਿਬ ਦੇ ਹਜ਼ੂਰ ਅਰਦਾਸ ਕੀਤੀ ਕਿ ਹੇ ਗਰੀਬ ਨਵਾਜ਼ ਔਰੰਗਜ਼ੇਬ ਨੂੰ 1.25 ਮਣ ਜੰਝੂ ਸਾਡੇ ਇੱਕ ਦਿਨ ਲੁਹਾ ਕੇ ਤੇ ਫੇਰ ਖਾਣਾ ਖਾਧਾ ਹੈ। ਏਡਾ ਭਾਰੀ ਸਾਡੇ ਤੇ ਜ਼ੁਲਮ ਹੋ ਗਿਆ। 12 ਕੋਚ ਖੱਖੇ ਬੱਬੇ ਖੱਤਰੀ ਤੇ ਬੱਬੇ ਬ੍ਰਾਹਮਣ ਜਿਹੜੇ ਸੀ ਉਹ ਗੋਤ ਵਾਲੇ ਸਾਰੇ ਮੁਸਲਮਾਨ ਬਣਾ ਲਏ ਹੈ, ਛੱਡਿਆ ਕੋਈ ਨਹੀਂ। 12 ਕੋਹ ਦੇ ਵਿੱਚ ਇਸ ਪ੍ਰਕਾਰ ਦੀ ਹਾਲਤ ਕੀਤੀ। ਹੁਣ ਅਸੀਂ ਤੁਹਾਡੀ ਸ਼ਰਨ ਹੈ। ਅਮਰਨਾਥ ਵਿੱਚੋਂ ਸਾਨੂੰ ਪੱਤਰਕਾ ਮਿਲੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਰੱਖਿਆ ਕਰ ਸਕਦੇ ਹੈ। ਇਹ ਸੁਣ ਕੇ ਅਸੀਂ ਮਹਾਰਾਜ ਆਪ ਦੀ ਸ਼ਰਨ ਆਏ ਹਾਂ। ਸੁਣ ਕੇ ਉਹਨਾਂ ਕਸ਼ਮੀਰੀ ਪੰਡਤਾਂ ਦੀ ਬੇਨਤੀ ਨੂੰ ਗੁਰੂ ਸਾਹਿਬ ਜੀ ਦੀਵਾਨ ਵਿੱਚ ਬੈਠੇ ਹਨ। ਉਸ ਵੇਲੇ ਕਲਗੀਧਰ ਜੀ ਨੇ ਆ ਕੇ ਬੇਨਤੀ ਕੀਤੀ ਕਿ ਹਜ਼ੂਰ ਇਹ ਕੌਣ ਹੈ, ਕਿਸ ਦੇਸ਼ ਦੇ ਪਰਦੇਸੀ ਲੱਗਦੇ ਦੁਖੀ ਹੈ। ਮਹਾਰਾਜ ਨੇ ਕਿਹਾ ਇਹ ਕਸ਼ਮੀਰੀ ਬ੍ਰਾਹਮਣ ਹਨ, ਇਹਨਾਂ ਦੇ ਧਰਮ ਦੇ ਤਾਂ ਹੀ ਔਰੰਗਜ਼ੇਬ ਨਾਸ਼ ਕਰਦਾ, ਸ਼ਰਾਂ ਵਿੱਚ ਲਿਆ ਕੇ ਇਹਨਾਂ ਨੂੰ ਮੁਸਲਮਾਨ ਬਣਾਉਂਦਾ ਹੈ। ਇਹ ਹੁਣ ਸ਼ਰਨ ਵਿੱਚ ਆਏ ਹਨ। ਫਿਰ ਮਹਾਰਾਜ ਇਹਨਾਂ ਦਾ ਉਪਾਅ ਕੀ ਹੈ? ਗੁਰੂ ਸਾਹਿਬ ਨੇ ਕਿਹਾ ਉਪਾਅ ਇਹਨਾਂ ਦਾ ਹੈ ਕੋਈ ਮਹਾਂਪੁਰਖ ਆਪਣਾ ਸੀਸ ਦੇਵੇ, ਬਲੀਦਾਨ ਕਰੇ, ਫਿਰ ਮੁੜ ਕੇ ਧਰਤੀ ਧਰਮ ਪੈਦਾ ਹੋਵੇ ਤਾਂ ਇਹਨਾਂ ਦਾ ਬਚਾਅ ਹੋ ਸਕਦਾ, ਹੋਰ ਨਹੀਂ ਕੋਈ ਉਪਾਅ। ਸੁਣ ਕੇ ਮਹਾਰਾਜ ਨੇ ਕਿਹਾ ਸਤਿਗੁਰੂ ਜੀ ਜੇ ਆਗਿਆ ਹੋਵੇ ਤਾਂ ਅਸੀਂ ਰਾਏ ਦੇ ਦਈਏ। ਮਹਾਰਾਜ ਨੇ ਕਿਹਾ ਤੁਹਾਡੀ ਰਾਏ ਦੇਣ ਵਾਸਤੇ ਕੌਂਤਕ ਕੀਤੇ ਹਨ। ਸੁਣ ਕੇ ਹੱਥ ਜੋੜ ਕੇ ਬੇਨਤੀ ਕੀਤੀ। ਬਾਲਕ ਰੂਪ ਵਿੱਚ 9 ਸਾਲ ਦੀ ਅਵਸਥਾ 'ਚ ਹਨ ਆਪ ਕਿ ਮਹਾਰਾਜ ਜੇ ਆਪ ਦੇ ਸੀਸ ਦਿੱਤਿਆਂ ਹੋਇਆਂ ਇਹਨਾਂ ਦੀ ਰੱਖਿਆ ਹੋ ਜੇ ਤੇ ਇਦੋਂ ਕੀ ਚੰਗਾ ਹੈ। ਤੇ ਕੁੱਲ ਦੁਨੀਆ ਤੇ ਲੋਕੀ ਵੇਖੀ ਆਪ ਜੈਸਾ ਮਹਾਂਪੁਰਖ ਕੋਈ ਨਹੀਂ। ਸੁਣ ਕੇ ਮਹਾਰਾਜ ਕਿਹਾ ਚੰਗਾ ਤੁਸੀਂ ਇਹ ਪ੍ਰਬੰਧ ਸਾਂਭੋ ਤੇ ਅਸੀਂ ਦਿੱਲੀ 'ਚ ਜਾ ਕੇ ਸੀਸ ਦਿਆਂਗੇ। ਇਉਂ ਕਹਿ ਕੇ ਉਹਨਾਂ ਨੂੰ ਕਹਿ ਦਿੱਤਾ ਕਸ਼ਮੀਰੀ ਬ੍ਰਾਹਮਣਾਂ ਜਾਓ ਵੀ ਔਰੰਗਜ਼ੇਬ ਨੂੰ ਕਹਿ ਲਿਓ ਜਾ ਕੇ ਸਾਰੇ ਪੰਚਾਇਤਾਂ ਆਦਮੀ ਮੁਖੀ ਲੈ ਕੇ ਪਿੰਡਾਂ ਦੇ ਜਾਓ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਤੇਰਾ ਦੀਨ ਕਬੂਲ ਕਰ ਲੈਣ ਤੇ ਅਸੀਂ ਸਾਰੇ ਹੀ ਦੀਨ ਮੰਨ ਲਵਾਂਗੇ, ਤੇ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੇਰੇ ਸ਼ਰਾਂ 'ਚ ਨਾ ਆਉਣ ਤਾਂ ਅਸੀਂ ਉਹਨਾਂ ਦੇ ਪਿੱਛੇ ਸਿੱਖ ਜਿਉਂਦੇ ਰਹਾਂਗੇ। ਇਹ ਜਾ ਕੇ ਜਵਾਬ ਦੇ ਦਿਓ। ਇਉਂ ਦਿੱਲੀ ਵਿੱਚ ਸਾਰੀਆਂ ਪੰਚਾਇਤਾਂ ਗਈਆਂ। ਉੱਥੇ ਜਾ ਕੇ ਸਾਧ ਸੰਗਤ ਜੀ ਪਤਾ ਦਿੱਤਾ ਔਰੰਗਜ਼ੇਬ ਨੂੰ। ਔਰੰਗਜ਼ੇਬ ਨੇ ਬੜੀ ਖੁਸ਼ੀ ਮਨਾਈ ਕਿ ਖੁਦਾ ਮੇਰੀ ਮਦਦ ਹੈ ਤੇ ਕਿ ਇੱਕ ਦੇ ਆਇਆ ਹੋਇਆ ਜੇ ਸਾਰੇ ਲੋਕ ਹੀ ਮੁਸਲਮਾਨ ਬਣ ਜਾਣ ਇਦੋਂ ਕੀ ਚੰਗਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਔਰੰਗਜ਼ੇਬ ਨੇ ਇਉਂ ਨਾ ਸਮਝਿਆ ਵੀ ਜਿਹੜੇ ਬਾਬਰ ਵਰਗਿਆਂ ਨੇ ਇਮਰਾਬਾਦ ਦੇ ਕੈਦੀਆਂ ਨੂੰ ਛੱਡ ਕੇ ਗੁਰੂ ਨਾਨਕ ਸਾਹਿਬ ਜੀ ਤੋਂ ਬਖਸ਼ਿਸ਼ ਲਈ ਸੀ ਪੀੜ੍ਹੀ ਦਰ ਪੀੜ੍ਹੀ ਰਾਜ ਦੀ, ਉਹ ਕੁਲ ਨੂੰ ਮੈਂ ਆਪ ਨਾਸ਼ ਕਰਨ ਲੱਗਾ ਹਾਂ। ਇਹ ਗੱਲ ਨਾ ਸਮਝ ਸਕਿਆ। ਇਸ ਗੱਲ ਦੇ ਵਿੱਚ ਆਪਣੇ ਰਾਜ ਦੇ ਮੱਧ ਵਿੱਚ ਮੱਤੇ ਹੋਏ ਨੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਸ ਉਸ ਵੇਲੇ ਪਰਵਾਨੇ ਭੇਜੇ। ਗੁਰੂ ਮਹਾਰਾਜ ਨੇ ਕਿਹਾ ਭਾਈ ਦਰਸ਼ਨ ਕਰਕੇ ਉਹ ਜਿਹੜੇ ਸਿਪਾਹੀ ਸੀ ਉਹਨਾਂ ਦੇ ਮਨ ਠੰਡੇ ਹੋ ਗਏ। ਮਹਾਰਾਜ ਕਹਿੰਦੇ ਭਾਈ ਅਸੀਂ ਆਪ ਹੀ ਸਮਾਂ ਆ ਰਿਹਾ ਹੈ ਤੇ ਆਪ ਆ ਕੇ ਹਾਜ਼ਰ ਹੋ ਜਾਵਾਂਗੇ। ਇਹ ਕੌਂਤਕ ਕਰਕੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਤੋਂ ਤਿਆਰਾ ਕੀਤਾ। ਇਹ ਉਸ ਵਕਤ ਸਾਧ ਸੰਗਤ ਜੀ ਅਨੰਦਪੁਰ ਸਾਹਿਬ ਮਾਤਾ ਗੁਜਰੀ ਸਾਹਿਬ ਜੀ, ਮਾਤਾ ਨਾਨਕੀ ਜੀ, ਇਹ ਕਿਰਪਾਲ ਚੰਦ ਆਦਿਕ ਸਾਰੇ ਉੱਥੇ ਟਿਕੇ ਸਨ। ਗੁਰੂ ਕਲਗੀਧਰ ਦੀ ਕਿਹਾ
ਸੇਵਾ ਕਰੋ, ਆਗਿਆ 'ਚ ਰਹਿਣਾ। ਇਹ 9 ਸਾਲ ਦੀ ਗੁਰੂ ਸਾਹਿਬ ਦੀ ਅਵਸਥਾ ਸੀ ਜਿਸ ਵਕਤ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਉੱਥੋਂ ਚੱਲੇ ਹੈ। ਉਸ ਵਕਤ ਬਹਾਦਰਗੜ੍ਹ ਜਿਹੜਾ ਹੈ ਕਿਲ੍ਹਾ ਬਣਿਆ ਹੋਇਆ, ਉੱਥੇ ਸੈਫਦੀਨ ਮੁਸਲਮਾਨ ਸੀ, ਉਹ ਗੁਰੂ ਮਹਾਰਾਜ ਸਾਹਿਬ ਦਾ ਸਿੱਖ ਸੀ। ਉਸ ਨੂੰ ਗੁਰੂ ਸਾਹਿਬ ਜੀ ਨੂੰ ਚਮਾਸਾ ਜਾਣ ਕੇ ਸੇਵਾ ਕਰਦਾ ਰਿਹਾ, ਰੱਖਿਆ। ਉੱਥੇ ਮਹਾਰਾਜ ਚਮਾਸੇ ਦੇ ਦਿਨ ਕੱਟ ਕੇ ਫਿਰ ਮਹਾਰਾਜ ਸਾਹਿਬ ਜੀ ਨੇ ਇੱਥੋਂ ਆਗਰੇ ਵੱਲ ਨੂੰ ਤਿਆਰੀ ਕੀਤੀ ਹੈ। ਆਗਰੇ ਜਾ ਕੇ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉੱਥੇ ਇੱਕ ਅਯਾਲੀ ਵੇਖਿਆ। ਅਯਾਲੀ ਨੂੰ ਕਿਹਾ ਕਿ ਭਾਈ ਸਾਨੂੰ ਭੁੱਖ ਲੱਗੀ ਹੈ, ਮਠਿਆਈ ਦੇ ਲਿਆ ਕੇ। ਇਹਨੇ ਕਿਹਾ ਕਿ ਮਹਾਰਾਜ ਮੈਂ ਮਠਿਆਈ ਕਿੱਥੋਂ ਲਿਆਵਾਂ? ਉਹਨੇ ਹਜ਼ੂਰ ਨੇ ਉਸ ਵੇਲੇ ਕਿਹਾ ਆ ਸਾਡੀ ਮੋਹਰ ਛਾਪ ਲੈ ਜਾ। ਸੁੰਦਰ ਛਾਪ ਸੀ ਸੋਨੇ ਦੀ, ਉਹ ਦੇ ਦਿੱਤੀ ਤੇ ਨਾਲ ਦੁਸ਼ਾਲਾ ਦੇ ਦਿੱਤਾ ਬੜਾ ਕੀਮਤੀ, ਕਿ ਇਹਦੇ 'ਚ ਮਠਿਆਈ ਪਾ ਲਿਆਈ। ਜਿਸ ਵਕਤ ਉਹ ਸਾਧ ਸੰਗਤ ਜੀ ਮਠਿਆਈ ਪਵਾਉਣ ਵਾਸਤੇ ਗਿਆ, ਉਸ ਵੇਲੇ ਬਾਣੀਏ ਦੀ ਦੁਕਾਨ ਤੋਂ ਉਹ ਹਲਵਾਈ ਨੇ ਕਿਹਾ ਕਿ ਚੋਰ ਹੋਣਾ, ਇਹ ਕੀਮਤੀ ਦੁਸ਼ਾਲਾ ਖਰਾਬ ਕਰਦਾ ਮਠਿਆਈ ਪਵਾ ਕੇ, ਇਹ ਛਾਪ ਲਿਆਇਆ ਹੈ। ਉਹਨੂੰ ਜਾ ਕੇ ਅਦਾਲਤੀ ਦੇ ਪਾਸ ਕਿਹਾ। ਅਦਾਲਤੀ ਨੂੰ ਪੁੱਛਿਆ, ਇਹਨੇ ਕਿਹਾ ਕਿ ਮੈਨੂੰ ਤਾਂ ਕੋਈ ਪਤਾ ਨਹੀਂ, ਬਾਹਰ ਪਰਦੇਸੀ ਆਏ ਹੈ। ਜਦੋਂ ਆ ਕੇ ਦਰਸ਼ਨ ਕੀਤੇ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕੀਤੀ ਕਿ ਮਹਾਰਾਜ ਆਪ ਦੀ ਬਾਬਤ ਤਾਂ ਸਾਰਿਆਂ ਥਾਵਾਂ 'ਚ ਲੋਕ ਭਾਲਦੇ ਫਿਰਦੇ ਆ, ਆਪ ਕਿਰਪਾ ਕਰੋ। ਔਰੰਗਜ਼ੇਬ ਦੇ ਪਾਸ ਪਹੁੰਚੋ ਚੱਲ ਕੇ। ਗੁਰੂ ਮਹਾਰਾਜ ਸਾਹਿਬ ਜੀ ਨੂੰ ਇਉਂ 500 ਫੌਜ ਦੀ ਨਿਗਰਾਨੀ ਵਿੱਚ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੂੰ ਆਗਰੇ ਦੇ ਕਿਲ੍ਹੇ 'ਚ ਲਿਆਂਦਾ ਗਿਆ। ਸਾਧ ਸੰਗਤ ਜੀ ਉੱਥੇ ਮਾਈ ਥਾਨ ਗੁਰਦੁਆਰਾ ਸਾਹਿਬ ਹੈ ਜਿਹੜਾ, ਉੱਥੋਂ ਦੇ ਇੱਛਾ ਸੀ ਉਹ ਦੇ ਸੱਜੇ ਦੀ ਕਿ ਮੈਨੂੰ ਮਹਾਰਾਜ ਸਾਹਿਬ ਦੀ ਗ੍ਰਿਫਤਾਰੀ 'ਚ ਕੋਈ ਇਨਾਮ ਦਵਾ ਦੇਣ। ਉਹਨੂੰ ਇਹ ਇਨਾਮ ਪ੍ਰਾਪਤ ਹੋਇਆ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਆਗਰੇ ਵਿੱਚ ਗਰੀਬ ਨਵਾਜ਼ ਨੂੰ ਆਪਦੀ ਜਾ ਕੇ ਗ੍ਰਿਫਤਾਰੀ ਦਿੱਤੀ ਹੈ। ਤੇ ਜਿਸ ਪ੍ਰਕਾਰ ਅੱਗੇ ਦਿੱਲੀ ਪਹੁੰਚਣ ਦੇ ਕੌਤਕ ਹੈ, ਉਹ ਸ਼ਾਮ ਨੂੰ ਮਹਾਰਾਜ ਸਾਹਿਬ ਦੇ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਮਨਾਉਣ ਵੇਲੇ ਬੇਨਤੀ ਕੀਤੀ ਜਾਵੇਗੀ। ਹੁਣ ਸ਼ਬਦ ਦੀ ਕਥਾ ਸੰਗਤ ਸੁਣੋ ਥੋੜ੍ਹੇ ਜਿਹੇ ਮਿੰਟ।